ਕਿਉ ਸਚਿਆਰਾ ਹੋਈਐ, ਕਿਉ ਸਚਿਆਰਾ ਹੋਈਐ, ਕਿਉ ਕੂੜੈ ਟੁੱਟੈ ਪਾਰ, ਕਿਵ ਕੂੜੈ ਟੁੱਟੈ ਪਾਰ, ਕਿਵ ਸਚਿਆਰਾ ਹੋਈਐ, ਕਿਵ ਸਚਿਆਰਾ ਕਿਵ ਕੂੜੈ ਟੁੱਟੈ ਪਾਰ, ਕਿਵ ਕੂੜੈ ਟੁੱਟੈ ਪਾਰ, ਹੁਕਮ ਰਜ਼ਾਈ ਚੱਲਣਾ, ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਮ, ਨਾਨਕ ਲਿਖਿਆ ਨਾਮ, ਕਿਵ ਸਚਿਆਰਾ ਹੋਈਐ, ਕਿਵ ਸਚਿਆਰਾ, ਕਿਵ ਸਚਿਆਰਾ, ਕਿਵ ਸਚਿਆਰਾ ਹੋਈਐ। ਇਹ ਉਹ ਸਵਾਲ ਹੈ ਜੋ ਇੱਕ ਸਿੰਸੀਅਰ ਇੱਛਾ ਰੱਖਣ ਵਾਲੇ ਮਨ ਨੂੰ ਕੁੜਿਆਰ ਤੋਂ ਸਚਿਆਰ ਬਣਨ ਦੀ ਯਾਤਰਾ ਸ਼ੁਰੂ ਕਰਾਉਂਦਾ ਹੈ। ਇੱਕ ਵਾਰੀ ਅਸੀਂ ਸ਼ਬਦ ਪੜ੍ਹਿਆ ਸੀ, ਅਬ ਹਮ ਚੱਲੀ ਠਾਕੁਰ ਪਹਿਹਾਰ। ਉਸ ਸ਼ਬਦ ਵਿੱਚ ਅਸੀਂ ਇਹ ਸਮਝਣ ਦਾ ਯਤਨ ਕੀਤਾ ਸੀ, ਅਬ ਕੀ ਹੁੰਦਾ ਹੈ। ਅਬ ਹੁੰਦਾ ਹੈ ਕਿ ਜਦੋਂ ਮੈਂ ਆਪਣੇ ਅਵਗੁਣਾਂ ਤੋਂ ਤੰਗ ਆ ਕੇ ਉਹਨਾਂ ਤੋਂ ਮੈਂ ਤੋਬਾ ਕੀਤੀ ਹੈ, ਤਾਂ ਸਾਡੀ ਜ਼ਿੰਦਗੀ ਦਾ ਅਬ ਸ਼ੁਰੂ ਹੁੰਦਾ ਹੈ। ਔਰ ਜਦੋਂ ਅਬ ਸ਼ੁਰੂ ਹੋਇਆ ਕਿ ਮੈਂ ਮੰਨਿਆ ਮੈਂ ਅਵਗੁਣਿਆਰਾ ਹਾਂ, ਆਈ ਐਮ ਨੋਟ ਪਰਫੈਕਟ, ਮੈਨੂੰ ਸਾਰੀ ਸਮਝ ਨਹੀਂ ਹੈ, ਮੈਨੂੰ ਸਾਰਾ ਗਿਆਨ ਨਹੀਂ ਹੈ, ਮੇਰੇ ਕੋਲ ਗਲਤੀਆਂ ਹੋ ਸਕਦੀਆਂ ਹਨ। ਜੋ ਇਨਸਾਨ ਇਹ ਸਮਝਦਾ ਨਾ ਮੇਰੇ ਕੋਲ ਗਲਤੀਆਂ ਹੋ ਸਕਦੀਆਂ ਹਨ, ਉਹੀ ਦੂਜੇ ਨੂੰ ਮਾਫ ਵੀ ਕਰ ਸਕਦਾ ਹੈ। ਜੋ ਇਹ ਸਮਝੇ ਮੇਰੇ ਕੋਲ ਤੇ ਗਲਤੀ ਹੁੰਦੀ ਨਹੀਂ, ਉਹ ਦੂਜੇ ਦੀ ਗਲਤੀ ਤੂੰ ਜਾਣਦਾ ਕਿੱਥੇ ਹੈ। ਇਸ ਕਰਕੇ ਵੀ ਡੋਂਟ ਫੋਰਗਿਵ ਅਦਰਸ, ਕਿਉਂਕਿ ਮੈਂ ਆਪਣੇ ਆਪ ਨੂੰ ਸਮਝਦਾ ਮੈਂ ਪਰਫੈਕਟ ਹਾਂ। ਇੱਕ ਨੁਕਤਾ ਨਿਕਲ ਕੇ ਆਉਂਦਾ ਹੈ, ਜੋ ਇਨਸਾਨ ਕਿਸੇ ਨੂੰ ਮਾਫ ਨਹੀਂ ਕਰਦਾ ਉਹ ਆਪਣੇ ਆਪ ਨੂੰ ਪਰਫੈਕਟ ਸਮਝਦਾ ਹੈ। ਸੋ ਜਦੋਂ ਅਸੀਂ ਇਹ ਸਮਝਦੇ ਹਾਂ ਕਿ ਮੈਂ ਅਵਗੁਣਿਆਰਾ ਹਾਂ, ਆਪਣੇ ਅਵਗੁਣਾਂ ਤੋਂ ਤੰਗ ਆ ਗਿਆ ਹਾਂ, ਤਾਂ ਸਾਡੇ ਜੀਵਨ ਦਾ ਅਬ ਸ਼ੁਰੂ ਹੁੰਦਾ ਹੈ। ਅਬ ਹਮ ਚੱਲੀ ਠਾਕੁਰ ਪਹਿਹਾਰ, ਮੈਂ ਆਪਣੇ ਅਵਗੁਣਾਂ ਤੋਂ ਛੁੱਟਣਾ ਚਾਹੁੰਦਾ ਹਾਂ, ਚਾਹੁੰਦੀ ਹਾਂ। ਜਦੋਂ ਇਹ ਅਬ ਦੀ ਅਵਸਥਾ ਆਏਗੀ ਨਾ, ਤਾਂ ਗੱਲ ਬਣੇਗੀ ਜਬ ਹਮ ਸ਼ਰਨ ਪ੍ਰਭੂ ਕੀ ਆਈ। ਇਹਦਾ ਮਤਲਬ ਜਬ ਅਸੀਂ ਭਾਵ ਸ਼ਰਨ 'ਤੇ ਆਏ ਹੀ ਨਹੀਂ। ਅਸੀਂ ਰੋਜ਼ ਗੁਰਦੁਆਰੇ ਆਉਂਦੇ ਹਾਂ ਪਰ ਸਤਿਗੁਰ ਦੀ ਸ਼ਰਨ ਨਹੀਂ ਆਏ। ਆਪਣੇ ਠਾਕੁਰ ਦੀ ਆਪਣੇ ਹਿਰਦੇ ਨੂੰ ਟਿਕਾ ਕੇ ਰੱਖਣ ਵਾਲੀ ਮੱਤ ਦੀ ਸ਼ਰਨ ਅਸੀਂ ਲਈ ਨਹੀਂ ਹੈ। ਮੈਂ ਰੋਜ਼ ਧਾਰਮਿਕ ਸਥਾਨ 'ਤੇ ਜਾਂਦਾ ਹਾਂ ਪਰ ਮੈਂ ਜਬ ਹਮ ਸ਼ਰਨ ਪ੍ਰਭੂ ਕੀ ਆਈ ਮੇਰਾ ਸ਼ੁਰੂ ਨਹੀਂ ਹੋਇਆ, ਕਿਉਂਕਿ ਮੇਰਾ ਤੇ ਆਪ ਵੀ ਸ਼ੁਰੂ ਨਹੀਂ ਹੋਇਆ। ਮੈਂ ਤੇ ਮੰਨਦਾ ਹੀ ਨਹੀਂ ਕਿ ਮੈਂ ਗਲਤ ਹਾਂ। I always feel I am perfect। ਔਰ ਜੋ ਇਨਸਾਨ ਪਰਫੈਕਟ ਸਮਝ ਲੈਂਦਾ ਹੈ ਨਾ, ਉਸ ਨੂੰ ਨੀਂਦਰ 'ਚੋਂ ਕੋਈ ਨਹੀਂ ਜਗਾ ਸਕਦਾ। ਕਾਰਨ ਕੀ ਹੈ? ਕਿਉਂਕਿ ਉਹ ਅੱਖਾਂ ਤੋਂ ਜਾਗਿਆ ਹੋਇਆ ਹੈ। ਅੱਖਾਂ ਤੋਂ ਜਾਗਿਆ, ਮਨ ਕਰਕੇ ਸੁੱਤਾ, ਮਾਨੋਂ ਸੁੱਤਾ ਹੋਇਆ ਹੈ। ਤੁਸੀਂ ਸੁੱਤੇ ਨੂੰ ਜਗਾ ਸਕਦੇ ਹੋ, ਪਰ ਮਨ ਕਰਕੇ ਜਿਹਦੀਆਂ ਅੱਖਾਂ ਬੰਦ ਨੇ, ਬਾਹਰੋਂ ਜਿਹੜਾ ਆਪਣੇ ਆਪ ਨੂੰ ਸਮਝ ਰਿਹਾ ਮੈਂ ਜਾਗਿਆ ਹੋਇਆ, ਉਹਨੂੰ ਨਹੀਂ ਜਗਾ ਸਕਦੇ। ਸੋ ਜਾਗੇ ਨੂੰ ਨਹੀਂ ਜਗਾ ਸਕਦੇ।
ਸਿਆਣੇ ਨੂੰ ਸਿਆਣਾ ਨਹੀਂ ਬਣਾ ਸਕਦੇ, ਇਆਣੇ ਨੂੰ ਸਿਆਣਾ ਬਣਾ ਸਕਦੇ ਹੈ ਸਤਿਗੁਰ ਪਾਤਸ਼ਾਹ। ਸੋ ਅਬ ਹਮ ਚੱਲੀ ਠਾਕੁਰ ਪੈ ਹਾਰ ਦਾ ਅਬ ਸ਼ੁਰੂ ਹੋਇਆ। ਮੈਂ ਮੰਨਿਆ ਮੈਂ ਕੁੜਿਆਰ ਹਾਂ, ਮੇਰੇ 'ਚ ਅਵਗੁਣ ਹਨ ਔਰ ਇਹਨਾਂ ਅਵਗੁਣਾਂ ਤੋਂ ਮੈਂ ਪੀੜਿਤ ਹਾਂ। ਕਿਸੇ ਨੂੰ ਵੀ ਦੇਖਣ ਸਾਰ ਮੇਰਾ ਮੱਥਾ ਕੁੱਟਿਆ ਜਾਂਦਾ ਹੈ, ਕਿਸੇ ਨੂੰ ਵੀ ਦੇਖਣ ਸਾਰ ਉਹਦੀ ਪੁਰਾਣੀ ਕਰਤੂਤ ਮੈਨੂੰ ਯਾਦ ਆ ਜਾਂਦੀ ਹੈ, ਜਾਂ ਉਸ ਨੂੰ ਮੈਂ ਕਿਸ ਗੱਲ 'ਤੇ ਨਫ਼ਰਤ ਕੀਤੀ ਸੀ ਉਹ ਵਾਲੀ ਗੱਲ ਯਾਦ ਆ ਜਾਂਦੀ ਹੈ। ਇਹੀ ਤੇ ਕੂੜ ਹੈ। ਜਦੋਂ ਮੈਂ ਕਿਸੇ ਨੂੰ ਆਪਣੇ ਤੋਂ ਨੀਵਾਂ ਦੇਖਦਾ ਹਾਂ, ਇਹਨੇ ਮੇਰੇ ਬ੍ਰਾਂਡ ਨੇਮ ਦੇ ਕੱਪੜੇ ਨਹੀਂ ਪਾਏ, ਮੇਰੇ ਸਟੇਟਸ ਦਾ ਨਹੀਂ ਹੈ, ਮੈਂ ਉੱਚੀ ਕਲੋਨੀ 'ਚ ਰਹਿੰਦਾ, ਨੀਵੀਂ ਕਲੋਨੀ 'ਚ ਰਹਿੰਦਾ ਹੈ, ਤਾਂ ਇਹ ਜਿਹੜੀ ਖਿਆਲ ਆਉਂਦਾ ਹੈ ਨਾ, ਇਸ ਖਿਆਲ ਦੀ ਅਵਸਥਾ ਜਿਸ ਬੋਟ ਵਿੱਚ ਅਸੀਂ ਉਸ ਵੇਲੇ ਬੈਠੇ ਹੁੰਦੇ ਹਾਂ, ਉਸ ਨੂੰ ਕੁੜਿਆਰ ਦੀ ਅਵਸਥਾ ਹੀ ਕਹਿੰਦੇ ਨੇ। ਔਰ ਜੇ ਜਪਜੀ ਸਾਹਿਬ ਪੜ੍ਹਦੇ ਹਾਂ ਸਾਨੂੰ ਇਹ ਅਵਸਥਾ ਸਮਝ ਆਉਣੀ ਸ਼ੁਰੂ ਹੋ ਜਾਏ ਤਾਂ ਜਪਜੀ ਦੀ ਜਰਨੀ ਸ਼ੁਰੂ ਹੋਏਗੀ। ਕਿਮ ਸਚਿਆਰਾ ਹੋਈ ਹੈ, ਕਿਮ ਕੂੜੈ ਟੁੱਟੈ ਪਾਲ। ਸੋ ਉਸ ਨੂੰ ਹੁਕਮ ਦੇ ਬਾਰੇ ਸਮਝਾਇਆ ਗਿਆ, ਹੁਕਮ ਰਜ਼ਾਈ ਚੱਲਣਾ, ਅਤੇ ਅਗਲੀ ਪੌੜੀ ਹੁਕਮ ਦੀ ਹੈ। ਹੁਕਮ ਤੋਂ ਸਮਝਾਉਂਦੇ ਸਮਝਾਉਂਦੇ ਉਹਨੂੰ ਸਮਝਾਇਆ, ਜੇ ਇੱਕ ਗੁਰ ਕੀ ਸਿੱਖ ਸੁਣੀ ਤੂੰ ਲੈ ਲਵੇਂ ਤਾਂ ਤੇਰੀ ਕੁੜਿਆਰ ਮੱਤ ਰਤਨ ਜਵਾਹਰ ਮਾਣਿਕ ਵਰਗੀ ਹੋ ਸਕਦੀ ਹੈ। ਮੱਤ ਵਿੱਚ ਰਤਨ ਜਵਾਹਰ ਮਾਣਿਕ, ਜੇ ਇੱਕ ਗੁਰ ਕੀ, ਹੁਣ ਸਾਧ ਸੰਗਤ ਜੀ ਮੇਰੀ ਟਰਾਂਸਲੇਸ਼ਨ ਨਹੀਂ ਰਹੀ, ਮੇਰੀ ਐਕਸਪਲੇਨੇਸ਼ਨ ਨਹੀਂ ਰਹੀ, ਤੁਸੀਂ ਆਪ ਉਚਾਰਨ ਕਰ ਰਹੇ ਹੋ। ਜੇ ਇੱਕ ਗੁਰ ਕੀ ਸਿੱਖ ਸੁਣੀ, ਸੁਣੀ ਨੂੰ ਹੀ ਪਕੜ ਕੇ ਅਗਲੀਆਂ ਪੌੜੀਆਂ 'ਚ ਐਂਟਰ ਕਰਾਂਗੇ। ਸੁਣਿਆ, ਪਰ ਸੁਣਨ ਵਾਸਤੇ ਮੈਂ ਕਹਾਂਗਾ ਬੋਲੋ ਨਾ ਸਤਿਗੁਰ ਪਾਤਸ਼ਾਹ, ਬੋਲੋ, ਕਾइंडली दसो, ज्ञान खंड का आखो कर्म दसो, ਤਾਂ ਮੈਂ ਸੁਣਾਂਗਾ ਨਾ। ਜੇ ਮੈਂ ਪੁੱਛ ਹੀ ਨਹੀਂ ਰਿਹਾ ਤਾਂ ਬਾਤ ਨਾ ਪੁੱਛਿਆ ਕਿ ਇਹਦੀ ਅਵਸਥਾ ਬਣੇ, ਔਰ ਜੇ ਮੈਂ ਪੁੱਛਾਂ ਫਿਰ ਤੇ ਮੈਂ ਸੁਣਾਂਗਾ। ਆਪ ਤੁਸੀਂ ਦੇਖ ਲਓ, ਅਸੀਂ ਕ੍ਰੋਸਿੰਗ 'ਤੇ ਖੜੇ ਹੋਈਏ, ਰਸਤਾ ਸਾਨੂੰ ਮਿਲ ਨਾ ਰਿਹਾ ਹੋਏ, ਔਰ ਕਿਸੇ ਇਨਸਾਨ ਨੂੰ ਪੁੱਛੀਏ ਔਰ ਪੁੱਛਣ ਤੋਂ ਬਾਅਦ ਕੰਨ ਬੰਦ ਕਰ ਲਈਏ, ਉਹ ਇਨਸਾਨ ਵੀ ਹੱਸੇਗਾ, ਅਸੀਂ ਵੀ ਆਪਣੇ ਆਪ 'ਤੇ ਹੱਸਾਂਗੇ। ਰਸਤਾ ਜੇ ਪੁੱਛਿਆ ਹੈ ਤਾਂ ਸੁਣ। ਇਸ ਕਰਕੇ ਅਗਲੀ 4 ਪੌੜੀਆਂ ਨੇ ਸੁਣਨ ਦੀਆਂ, ਔਰ ਸੁਣਨ ਤੋਂ ਬਾਅਦ ਜਿਹੜੀ ਅਵਸਥਾ ਸੁਣਿਆ ਲਾਗੇ ਸਹਿਜ ਧਿਆਨ ਬਣਦੀ ਹੈ, ਉਹ ਸਹਿਜ ਦੀ ਹਮੇਸ਼ਾ ਧਿਆਨ ਲੱਗ ਹੀ ਜਾਂਦਾ। ਇਸ ਕਰਕੇ ਗੁਰਮਤਿ 'ਚ ਮੈਡੀਟੇਸ਼ਨ ਚੌਕੜਾ ਮਾਰ ਕੇ ਧਿਆਨ ਲਗਾਉਣ ਦੀ ਗੱਲ ਨਹੀਂ ਹੈ। ਜਿਹੜੇ ਲੋਕ ਸਵਾਲ ਕਰਦੇ ਨੇ ਮੈਂ ਪਾਠ ਕਰਦਾ ਹਾਂ, ਕਰਦੀ ਹਾਂ, ਧਿਆਨ ਨਹੀਂ ਲੱਗਦਾ, ਉਹਨਾਂ ਨੂੰ ਭੁਲੇਖਾ ਹੈ ਕਿ ਧਿਆਨ ਲਾਣਾ ਪੈਂਦਾ ਹੈ। ਇੰਜ ਨਹੀਂ ਹੈ ਜੀ। ਮਨ ਦੌੜ ਦੌੜ ਕਿੱਧਰ ਜਾਂਦਾ, ਇਹਨੂੰ ਵਾਪਸ ਕਿਸ ਤਰ੍ਹਾਂ ਲੈ ਕੇ ਆਈਏ? ਲਿਆਣਾ ਨਹੀਂ ਪੈਂਦਾ ਹੈ। ਜੋ ਗੱਲ ਸੁਣਾਈ ਹੈ ਉਹਨੂੰ ਧਿਆਨ ਨਾਲ ਸੁਣ ਲੈ, ਧਿਆਨ ਆਟੋਮੈਟਿਕਲੀ ਲੱਗ ਗਿਆ। ਯੂ ਡੋਂਟ ਹੈਵ ਟੂ ਕੰਸਨਟਰੇਟ, ਰਾਦਰ ਤੇਰੀ ਕੰਸਨਟ੍ਰੇਸ਼ਨ ਆਪੇ ਬਣ ਗਈ। ਸੁਣਿਆ, ਲਾਗੈ ਸਹਿਜ ਧਿਆਨ। ਸੁਣਨ ਤੋਂ ਬਾਅਦ ਜਿਹੜੀ ਮੰਨੈ ਦੀ ਅਵਸਥਾ ਆਉਂਦੀ ਹੈ, ਉਸ ਨੂੰ ਸਮਝਾਈਆਂ। ਫਿਰ ਕੁਦਰਤ ਕੌਣ ਕਹਾ ਵਿਚਾਰ ਦੀਆਂ 4 ਪੌੜੀਆਂ, ਉਸ ਨੂੰ ਰੱਬ ਜੀ ਦੇ ਵਿਸਮਾਦ ਦੀਆਂ ਗੱਲਾਂ ਸੁਣਾਈਆਂ ਕਿ ਸਾਰੀ ਸ੍ਰਿਸ਼ਟੀ 'ਚ, ਬਾਹਰਲੀ ਸ੍ਰਿਸ਼ਟੀ ਤੋਂ ਇਲਾਵਾ ਤੇਰੇ ਅੰਦਰ ਵਾਪਰੀ ਸ੍ਰਿਸ਼ਟੀ ਵਿੱਚ ਕੀ ਹੁੰਦਾ ਹੈ। ਸੋ ਜਦੋਂ ਅਸੀਂ ਜਪਜੀ ਸਾਹਿਬ ਪੜ੍ਹਾਂਗੇ, ਅਸੀਂ ਇਹ ਸਮਝਣਾ ਹੈ ਕਿ ਬਾਹਰਲੇ ਰੱਬ ਜੀ ਦੀ ਗੱਲ ਨਹੀਂ ਕੀਤੀ ਜਾ ਰਹੀ। ਜੇ ਰੱਬ ਜੀ ਦੇ ਗੁਣ ਦੱਸੇ ਨੇ, ਬਾਹਰਲੇ ਰੱਬ ਜੀ ਦੇ ਗੁਣ ਨਹੀਂ ਦੱਸੇ ਨੇ, ਮੇਰੇ ਅੰਦਰ ਵਾਲੇ ਰੱਬ ਜੀ ਦੇ ਗੁਣ ਦੱਸੇ ਨੇ ਕਿ ਜਿਹੜਾ ਰੱਬ ਬਾਹਰ ਤੂੰ ਸਮਝਦਾ ਹੈ, ਜੋ ਬ੍ਰਹਮੰਡੇ ਸੋਈ ਪਿੰਡੈ, ਜੋ ਖੋਜੈ ਸੋ ਪਾਵੈ। ਬਾਹਰ ਵਾਲੇ ਰੱਬ ਜੀ ਦੇ ਜਿਹੜੇ ਗੁਣ ਨੇ, ਏਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ, ਇਹ ਵਾਲੇ ਗੁਣ ਤੇਰੇ ਅੰਦਰ ਦੇ ਰੱਬ ਜੀ ਦੇ ਵੀ ਨੇ। ਮੀਨਸ ਤੈਨੂੰ ਇੰਝ ਬਣਨਾ ਪਵੇਗਾ। ਯੂ ਹੈਵ ਟੂ ਬੀ ਵਨ ਵਿਦ ਗੋਡ, ਸਬਜੈਕਟ ਟੂ ਰੱਬ ਵਾਲੇ ਗੁਣ ਤੂੰ ਧਾਰਨ ਕਰੇ। ਸੋ ਜਿਤਨੇ ਨਿਰਭਉ ਨਿਰਵੈਰ ਸਾਰੇ ਗੁਣ ਉਹਦੇ ਵਿੱਚ ਦੱਸੇ ਨੇ, ਇਹ ਗੁਣ ਤੂੰ ਲੈਣੇ ਨੇ। ਉਹ ਲੈ ਕੇ ਜਦੋਂ ਅੱਗੇ ਟੁਰਦਾ ਹੈ, ਔਰ ਇਹ ਲੈਣ ਵਾਸਤੇ ਉਸ ਨੂੰ ਅਲਟੀਮੇਟਲੀ ਸਮਝ ਆਈ ਇਹ ਅਮੁੱਲ ਗੁਣ ਨੇ। ਇਹਨਾਂ ਅਮੁੱਲ ਗੁਣਾਂ ਦਾ ਵਪਾਰ ਕਰਨਾ ਚਾਹੀਦਾ ਹੈ।
ਔਰ ਇਹ ਗੁਣਾਂ ਦਾ ਵਪਾਰ ਕਰਨ ਵਾਸਤੇ ਉਹ ਜਿਸ ਹੱਟੀ ਤੇ ਪਹੁੰਚਦਾ ਹੈ, ਜਿਸ ਦਰ ਤੇ ਪਹੁੰਚਦਾ ਹੈ, ਜਿਸ ਸਟਾਕ ਦੇ ਭੰਡਾਰ ਦੇ ਅੰਦਰ ਪਹੁੰਚਦਾ ਹੈ, ਉਸ ਨੂੰ ਸੋ ਦਰ ਕਹਿੰਦੇ ਨੇ, ਉਸ ਦੇ ਮਾਲਕ ਨੂੰ ਸੋ ਪੁਰਖ ਕਹਿੰਦੇ ਨੇ। ਉਸ ਦਰ ਦਾ ਜਿਹੜਾ ਉਸ ਨੂੰ ਖਜ਼ਾਨਾ ਮਿਲਦਾ ਹੈ, ਉਹ ਸਾਰੀਆਂ ਉਹਦੇ ਅੰਦਰ ਦੀਆਂ ਅਵਸਥਾਵਾਂ ਹਨ। ਸੋ ਦਰ ਕਿਹਾ ਸੋ ਕਰ ਕਿਹਾ ਜਿਤ ਬੈ ਸਰਬ ਸੰਭਾਲੇ। ਰੱਬ ਜੀ ਸਾਰੇ ਚੰਗੇ ਗੁਣਾਂ ਨੂੰ ਸੰਭਾਲ ਕੇ ਰੱਖਦੇ ਨੇ, ਇਹ ਵੀ ਉਸ ਦਰ ਦੇ ਅੰਦਰ ਵੜ ਜਾਂਦਾ ਹੈ ਔਰ ਉਸ ਦਰ ਦੇ ਗੁਣ ਨੂੰ ਲੈਂਦਾ ਹੈ। ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ, ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ, ਸੋ ਏਕ ਖਜ਼ਾਨੇ ਲਿਆਰ ਲਾਏ, ਸੋ ਏਕ ਖਜ਼ਾਨੇ ਲਿਆਰ ਲਾਏ। ਹਮ ਤਨਵੰਤ ਭਗਤ ਸਚ ਨਾਏ, ਹਰ ਗੁਣ ਗਾਵੇ ਸਹਿਜ ਸੁਭਾਏ, ਹਰ ਗੁਣ ਗਾਵੇ ਸਹਿਜ ਸੁਭਾਏ। ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ। ਮਸਤਕ ਲੇਖ ਲਿਖਾਏ ਦਾ ਮਤਲਬ ਹੁੰਦਾ ਹੈ ਜੋ ਆਪਣੇ ਮੱਥੇ ਤੇ ਭਾਗ ਲਿਖਦਾ ਹੈ। ਮੀਨਸ ਜਿਵੇਂ ਸਤਿਗੁਰੂ ਜੀ ਕਹਿੰਦੇ ਨੇ ਉਂਝ ਜਦੋਂ ਉਹ ਜੀਂਦਾ ਹੈ, ਇਸ ਨੂੰ ਮਸਤਕ ਲੇਖ ਲਿਖਾਏ ਕਹਿੰਦੇ ਨੇ। ਜੋ ਉਸ ਐਫਰਟ ਨੂੰ ਕਰਦਾ ਹੈ ਉਹ ਇਸ ਖਜ਼ਾਨੇ ਦਾ ਮੈਂਬਰ ਹੋ ਜਾਂਦਾ ਹੈ। ਸੋ ਪਾਤਸ਼ਾਹ ਸ਼ਾਹਾਂ ਪਾਤ ਸਾਹਿਬ ਨਾਨਕ ਰਹਿਣ ਰਜਾਈ। ਔਰ ਅਸੀਂ ਇੱਥੇ ਤੱਕ ਸਮਝਿਆ ਸੀ ਕਿ ਸੋ ਬਾਦਸ਼ਾਹ ਨਹੀਂ ਹੈ। ਬਾਦ ਹੁੰਦਾ ਹੈ ਝਗੜਾ, ਬਾਦ ਦਾ ਸ਼ਾਹ, ਝਗੜਿਆਂ ਦਾ ਸ਼ਾਹ। ਕਈਆਂ ਇਨਸਾਨਾਂ ਦੀ ਨਾ ਆਦਤ ਹੁੰਦੀ ਹੈ ਨਿੱਕੀ ਨਿੱਕੀ ਗੱਲ 'ਤੇ ਝਗੜਾ ਕਰਨਾ, ਉਹ ਬਾਦਸ਼ਾਹ ਹੁੰਦੇ ਨੇ। ਇਸ ਕਰਕੇ ਜਿਹੜੇ ਦੁਨਿਆਵੀ ਰਾਜੇ ਇੱਕ ਦੂਜੇ ਦੇਸ਼ ਨਾਲ ਲੜਦੇ ਰਹਿੰਦੇ ਨੇ ਔਰ ਲੋਕਾਂ ਨੂੰ ਸਜ਼ਾਵਾਂ ਦਿੰਦੇ ਰਹਿੰਦੇ ਨੇ ਔਰ ਮਨਸੂਬੇ ਬਣਾਉਂਦੇ ਰਹਿੰਦੇ ਨੇ ਮੈਂ ਦੂਜਾ ਦੇਸ਼ ਕਿਵੇਂ ਜਿੱਤਣਾ ਹੈ, ਫੌਜਾਂ ਨੂੰ ਤਿਆਰ ਹੀ ਰੱਖਦੇ ਨੇ ਲੜਨ ਵਾਸਤੇ, ਉਹ ਬਾਦਸ਼ਾਹ ਹੁੰਦੇ ਨੇ। ਪਰ ਪੱਤ ਦਾ ਸ਼ਾਹ, ਪਾਤਸ਼ਾਹ, ਸੋ ਪਾਤਸ਼ਾਹ ਰੱਬ ਜੀ ਪਾਤਸ਼ਾਹ ਨੇ। ਰੱਬ ਜੀ ਦਾ ਸ਼ੈਲਟਰ ਜੋ ਲੈ ਲੈਂਦਾ ਉਸਦੀ ਵਿਕਾਰ ਜੰਮ ਪੱਤ ਨਹੀਂ ਲੁੱਟ ਸਕਦੇ ਨੇ। ਬਾਹਰਲੇ ਰਾਜਿਆਂ ਕੋਲ ਲੜਨ ਵਾਲੇ ਸੂਰਮੇ ਔਰ ਸ਼ੂਰਬੀਰ ਹੁੰਦੇ ਨੇ, ਯੋਧੇ ਹੁੰਦੇ ਨੇ। ਜਿਹੜਾ ਰੱਬ ਜੀ ਦੇ ਖਜ਼ਾਨੇ ਦਾ ਪਾਤਸ਼ਾਹ ਬਣ ਜਾਂਦਾ ਉਹਦੇ ਕੋਲ ਯੋਧ ਮਹਾਬਲ ਸੂਰਮੇ ਦੀ ਮੱਤ ਆ ਜਾਂਦੀ ਹੈ। ਇਸ ਕਰਕੇ ਵਿਕਾਰ ਉਸਦੀ ਪੱਤ ਨਹੀਂ ਲੁੱਟ ਸਕਦੇ ਨੇ, ਕਿਉਂਕਿ ਉਹ ਪਾਤਸ਼ਾਹ ਦਾ ਖਜ਼ਾਨੇ ਦਾ ਮਾਲਕ ਬਣ ਜਾਂਦਾ ਹੈ, ਆਪ ਪਾਤਸ਼ਾਹ ਬਣ ਜਾਂਦਾ। ਸੋ ਪਾਤਸ਼ਾਹ ਸ਼ਾਹਾਂ ਪਤ ਸਾਹਿਬ ਕਿਸ ਤਰ੍ਹਾਂ? ਨਾਨਕ ਰਹਿਣ ਰਜ਼ਾਈ। ਰਜ਼ਾਈ ਕਿੱਥੇ ਹੈ? ਸ਼ੁਰੂ 'ਚ ਕਿਹਾ ਰਜ਼ਾ 'ਚ ਰਹਿਣਾ, ਹੁਕਮ ਵਿੱਚ ਰਹਿਣਾ। ਹੁਕਮ ਵਿੱਚ ਰਹਿਣਾ ਹਿਦਾਇਤ ਕੀਤੀ ਗਈ ਹੈ ਪਹਿਲੀ ਪੌੜੀ ਵਿੱਚ। ਹਰ ਪੌੜੀ ਇੱਕ ਦੂਜੀ ਪੰਕਤੀ ਦੇ ਨਾਲ ਲਿੰਕ ਹੁੰਦੀ ਹੋਈ ਇੰਟਰਲਿੰਕਡ ਹੈ। ਹੁਕਮ ਰਜ਼ਾਈ ਚੱਲਣਾ। ਉੱਥੇ ਕਹਿੰਦੇ ਜਦੋਂ ਉਹ ਚੱਲਿਆ ਦਰ ਦੇ ਅੰਦਰ ਜਾ ਕੇ ਉਹਨਾਂ ਗੁਣਾਂ ਦੀ ਉਸਨੇ ਸੰਭਾਲ ਕੀਤੀ ਅਤੇ ਜਦੋਂ ਚੱਲਿਆ ਨਾਨਕ ਰਹਿਣ ਰਜ਼ਾਈ, ਉਹ ਉਹਨਾਂ ਗੁਣਾਂ ਦੇ ਅਨੁਸਾਰ ਰਹਿਣ ਹੀ ਲੱਗ ਪਿਆ। ਜਦੋਂ ਰਹਿਣ ਲੱਗ ਪਿਆ ਉਹਦੀ ਪੱਤ ਰੱਖੀ ਹੀ ਜਾਂਦੀ ਹੈ ਔਰ ਇਹ ਪੱਤ ਉਹ ਛੋੜਨਾ ਚਾਹੁੰਦਾ ਹੀ ਨਹੀਂ ਹੈ। ਤੁਸੀਂ ਦੁਨੀਆ ਦੇ ਇੱਕ ਦੁਨਿਆਵੀ ਇਨਸਾਨ ਨੂੰ ਵੇਖ ਲਓ। ਦੁਨਿਆਵੀ ਇਨਸਾਨ ਚਾਹੁੰਦਾ ਹੈ ਮੇਰੀ ਬਿਰਾਦਰੀ ਮੇਂ ਪੱਤ ਰਹਿ ਜਾਏ, ਮੇਰੀ ਬੇਇੱਜ਼ਤੀ ਨਾ ਹੋ। ਲੋਕੀ ਚਾਹੁੰਦੇ ਨੇ ਨਾ, ਕੋਈ ਵੀ ਨਹੀਂ ਚਾਹੁੰਦਾ ਮੇਰੀ ਪੱਤ ਉਛਾਲੀ ਜਾਏ। ਹਰ ਕੋਈ ਚਾਹੁੰਦਾ ਮੇਰੀ ਪੱਤ ਬਰਕਰਾਰ ਰਵੇ। ਪਹਿਲੀ ਗੱਲ, ਅਸੀਂ 26 ਜਨਵਰੀ ਨੂੰ ਸੈਮੀਨਾਰ ਕੀਤਾ ਸੀ ਨਿੰਦਕ, जिन्हों के घर बड़ा एक पॉपुलर एक अखान है, जिनके घर शीशे के होते हैं वो दूसरों के घरों पर पत्थर नहीं मारते हैं।
जो इंसान चाहता है कि मेरी पत्त दूजिਆਂ ਦੇ ਸਾਹਮਣੇ ਨਾ ਲੁੱਟੀ ਜਾਏ, ਮੇਰੀ ਪੱਤ ਕਦੇ ਵੀ ਬਰਾਦਰੀ ਵਿੱਚ ਨਾ ਉਛਾਲੀ ਜਾਏ, ਉਹ ਸਭ ਤੋਂ ਪਹਿਲਾ ਕੰਮ ਕੀ ਸਿੱਖੇਗਾ? ਨਿੰਦਾ ਪਲੀ ਕਿਸੇ ਕੀ ਨਾ ਹੈ, ਕਰਨ ਨਾ ਸੁਣੈ ਕਾਹੂ ਕੀ ਨਿੰਦਾ। ਮੀਨਸ ਉਹ ਦੂਜਿਆਂ ਦੇ ਘਰਾਂ 'ਤੇ ਪੱਥਰ ਨਹੀਂ ਮਾਰੇਗਾ, ਮੀਨਸ ਉਹ ਦੂਜਿਆਂ ਦੀ ਨਿੰਦਾ ਨਹੀਂ ਕਰੇਗਾ, ਕਿਉਂਕਿ ਉਹ ਸੋਚੇਗਾ ਮੇਰੀ ਜੇ ਪੱਤ ਨਾ ਉਛਾਲੀ ਜਾਏ ਤਾਂ ਮੈਂ ਕਿਸੇ ਦੀ ਕਿਉਂ ਉਛਾਲਦਾ ਹਾਂ। ਸੋ ਸਭ ਤੋਂ ਪਹਿਲਾਂ ਅਸੀਂ ਨਿੰਦਕਵਾਦੀ ਤੋਂ ਛੁੱਟਦੇ ਹਾਂ, ਪੱਤ ਦੇ ਸ਼ਾਹ ਜੋ ਬਣ ਗਏ ਹਾਂ। ਆਪਣੀ ਪੱਤ ਰੱਖਣੀ ਹੈ ਵਿਕਾਰਾਂ ਤੋਂ ਬਚਾ ਕੇ, ਔਰ ਦੂਜਿਆਂ ਦੀ ਪੱਤ ਨਹੀਂ ਉਛਾਲਣੀ ਹੈ। ਸਿੱਖ ਸਿਰਫ ਇੱਕ ਕੱਪੜੇ ਦੀ ਪਗੜੀ ਸਿਰ 'ਤੇ ਨਹੀਂ ਬੰਨ੍ਹਦਾ ਹੈ, ਬਲਕਿ ਸਿੱਖ ਕੀ ਕਰਦਾ ਹੈ? ਆਪਣੀ ਪੱਤ ਸੰਭਾਲ ਕੇ ਰੱਖਦਾ ਹੈ, ਦੂਜਿਆਂ ਦੇ ਸਿਰ 'ਤੇ ਪੱਤ ਰੱਖਦਾ ਹੈ, ਪਗੜੀ ਰੱਖਦਾ ਹੈ। ਬੀਬੀਆਂ ਦੇ ਸਿਰ 'ਤੇ ਪੱਲਾ ਕਰ ਦਿੰਦਾ, ਪੱਲਾ ਲਾਂਦਾ ਨਹੀਂ ਹੈ ਉਹਨਾਂ ਦਾ। ਅਸੀਂ ਸਿੱਖੀਏ ਕਿ ਮੈਂ ਕਿਸੇ ਦੀ ਪੱਗ ਨਹੀਂ ਲਾਣੀ, ਨਿੰਦਕ ਸੁਭਾਅ ਤੋਂ ਛੁੱਟਾਂਗੇ। ਸੋ ਪਾਤਸ਼ਾਹ ਸ਼ਾਹਪਤ ਸਾਹਿਬ ਪੱਤ ਦੀ ਰੱਖਣ ਦਾ ਸਾਹਿਬ ਉਹ ਬਣ ਜਾਂਦਾ ਹੈ, ਕਿਉਂਕਿ ਰੱਬ ਜੀ ਐਸੇ ਨੇ, ਉਹ ਰੱਬ ਜੀ ਦੇ ਦਰ ਦੇ ਅੰਦਰ ਐਂਟਰ ਕਰ ਗਿਆ। ਰੱਬ ਜੀ ਦੇ ਦਰ ਅੰਦਰ ਉਹ ਐਂਟਰੀ ਤਾਂ ਕੀਤਾ ਸੀ ਕਿਉਂਕਿ ਉਹਨੇ ਅਬ ਕਿਹਾ ਸੀ, ਅਬ ਤੋਂ ਬਾਅਦ ਜਬ 'ਤੇ ਆਇਆ, ਔਰ ਜਬ ਹਮ ਸ਼ਰਨ ਪ੍ਰਭੂ ਕੀ ਆਈ, ਉਹਨੇ ਸਿੱਖਿਆ। ਤਾਂ ਜਦੋਂ ਰੱਬ ਜੀ ਦੇ ਉਹਨੇ ਗੁਣ ਪਸੰਦ ਕੀਤੇ ਸਨ ਤਾਂ ਆਇਆ ਸੀ। ਜੋ ਪਸੰਦ ਨਹੀਂ ਕਰਦਾ ਹੈ ਨਾ, ਉਹ ਨਹੀਂ ਆਉਂਦਾ ਹੈ, ਉਹ ਨਹੀਂ ਸੁਣਦਾ ਹੈ, ਉਹ ਪ੍ਰੈਕਟਿਸ ਵੀ ਨਹੀਂ ਕਰਦਾ ਹੈ, ਕਿਉਂਕਿ ਉਸਨੂੰ ਇਹ ਗੁਣ ਘਟੀਆ ਲੱਗਦੇ ਨੇ। ਜਿਸ ਨੂੰ ਅਮੁੱਲ ਗੁਣ ਅਮੁੱਲ ਵਪਾਰ ਪਸੰਦ ਆਇਆ, ਉਹ ਦਰ ਦੇ ਅੰਦਰ ਜਾਂਦਾ ਹੈ। ਇੱਕ ਇੱਕ ਪੰਕਤੀ, ਇੱਕ ਇੱਕ ਟਰਮ ਆਪਣੇ ਆਪ ਵਿੱਚ ਇਤਨਾ ਗ੍ਰੇਟ ਖਜ਼ਾਨਾ ਸੰਭਾਲ ਕੇ ਬੈਠੀ ਹੈ। ਕਾਸ਼ ਸਾਡੇ ਕੋਲ ਇਤਨਾ ਸਮਾਂ ਹੋਵੇ ਕਿ ਅਸੀਂ ਇਸ ਨੂੰ ਸਮਝੀਏ, ਕਿਉਂਕਿ ਇਹ ਜਪਜੀ ਸਾਹਿਬ ਪੂਰੇ ਗੁਰੂ ਗ੍ਰੰਥ ਸਾਹਿਬ ਦਾ ਪਿਲਰ ਹੈ, ਔਰ ਇਹ ਸਾਨੂੰ ਅਗਲੇ ਸ਼ਬਦਾਂ ਨੂੰ ਸਮਝਣ ਵਾਸਤੇ ਹੈਲਪ ਕਰਦਾ ਹੈ। ਇਸ ਕਰਕੇ ਅਸੀਂ ਬੜੇ ਸਹਿਜ ਨਾਲ ਚੱਲਣਾ ਹੈ। ਸੋ ਉਹ ਜਿਸ ਤਰ੍ਹਾਂ ਦੁਨੀਆ ਦਾ ਇਨਸਾਨ ਆਪਣੀ ਪੱਤ ਕਦੇ ਨਹੀਂ ਲੁੱਟਣ ਦੇਣਾ ਚਾਹੁੰਦਾ, ਕਦੇ ਵੀ ਬਰਾਦਰੀ ਵਿੱਚ ਨਹੀਂ ਚਾਹੁੰਦਾ ਮੇਰੀ ਪੱਤ ਉਛਾਲੀ ਜਾਏ, ਉਹ ਇਨਸਾਨ ਇਸ ਨੂੰ ਬਰਕਰਾਰ ਰੱਖਣਾ ਚਾਹੁੰਦਾ ਹੈ। ਅਤੇ ਜਿਹੜਾ ਸੋ ਦਰ ਦੇ ਅੰਦਰ ਐਂਟਰ ਕਰ ਗਿਆ ਹੈ, ਉਸਨੇ ਰੱਬੀ ਗੁਣ ਲੈਣੇ। ਉਹ ਵੀ ਹਮੇਸ਼ਾ ਕਿਸ ਤਰ੍ਹਾਂ ਸੁਭਾਅ, ਹਮੇਸ਼ਾ ਨੂੰ ਜੁਗ ਜੁਗ ਕਹਿੰਦੇ ਨੇ। ਜੁਗ ਜੁਗ ਇੱਕੋ ਵੇਸ ਵਾਲਾ ਕੈਸਾ ਵੇਸ ਧਾਰਨ ਕਰਦਾ ਹੈ, ਉਹ ਵਾਲਾ ਵੇਸ ਹਮੇਸ਼ਾ ਦਾ ਧਾਰਨ ਕਰਨ ਵਾਲਾ ਉਹ ਕਰੇਗਾ ਹੀ, ਕਿਉਂਕਿ ਦੁਨਿਆਵੀ ਮਨੁੱਖ ਚਾਹੁੰਦਾ ਮੇਰੀ ਪੱਤ ਨਾ ਲੁੱਟੀ ਜਾਏ। ਤਾਂ ਉਹ ਇਨਸਾਨ ਵੀ ਜਿਹੜਾ ਕੁੜਿਆਰ ਤੋਂ ਸਚਿਆਰ ਬਣਨ ਵਾਲਾ ਮਨ, ਜੋ ਕਿ ਵਿਰਲਾ ਮਨ ਬਣ ਜਾਂਦਾ ਹੈ, ਵਿਰਲਾ ਬਣਨ ਦੀ ਉਸਨੂੰ ਤਾਂਘ ਹੈ। ਕੁੜਿਆਰ ਤੋਂ ਸਚਿਆਰ ਜਦੋਂ ਬਣ ਜਾਓ ਤੇ ਵਿਰਲੇ ਬਣ ਜਾਈਦਾ ਹੈ। ਉਹ ਵੀ ਸਦੀਵੀ ਪੱਤ ਰੱਖਣਾ ਚਾਹੁੰਦਾ ਹੈ ਵਿਕਾਰਾਂ ਤੋਂ। ਸਦੀਵੀ ਉਹਦੀ ਪੱਤ ਰੱਖੀ ਜਾਣ ਵਾਸਤੇ ਉਸ ਦੇ ਵਾਸਤੇ ਅਗਲੀਆਂ ਪੌੜੀਆਂ ਸ਼ੁਰੂ ਹੋਈਆਂ। ਅਗਲੀਆਂ 4 ਪੌੜੀਆਂ ਵਿੱਚ ਉਹ ਵੇਸ ਧਾਰਨ ਕਰਦਾ ਹੈ ਆਪਣੀ ਮੱਤ ਉੱਤੇ। ਉਹ ਅਸੀਂ ਕੱਲ੍ਹ ਪੜ੍ਹਿਆ। ਆਦੇਸ ਤਿੱਥੇ ਆਦੇਸ, ਆਦੇਸ ਤਿਸੈ ਆਦੇਸ, आदेश तिसै आदेश, आदेश तिसै आदेश, आद अनिल अनाद अनाहत, आद अनिल अनाद अनाहत, जुग जुग एको बेस, जुग जुग एको बेस, आदेश तिसै आदेश, आदेश तिसै आदेश। मुंदा
ਮੁੰਦਾ ਸੰਤੋਖ ਸ਼ਰਮ ਪਤ ਚੋਲੀ, ਮੁੰਦਾ ਸੰਤੋਖ ਸ਼ਰਮ ਪਤ ਚੋਲੀ, ਧਿਆਨ ਕੀ ਕਰੈ ਵਿਭੂਤ, ਖਿੰਥਾ ਕਾਲ ਵਾਰੀ ਕਾਇਆ, ਜੁਗਤ ਡੰਡਾ ਪਰਤੀਤ, ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ, ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀ, ਆਦੇਸ ਤਿਸੈ ਆਦੇਸ, ਆਦੇਸ ਤਿਸੈ ਆਦੇਸ। ਇਹ ਅਗਲੀਆਂ 4 ਪੌੜੀਆਂ आदेश, नमस्कार, आदेश समर्पण, आदेश समर्पित, क्योंकि मैं कुड़ियार तो सचियार बनना चाहता, तुसी मेरे वैद गुरु गोबिंदा हो, तुसी डॉक्टर हो। जदों असी डॉक्टर कोल जाते हाँ असी फुल्ली समर्पित होंदे हाँ, ਅਸੀਂ ਜਾ ਕੇ ਡਾਕਟਰ ਦੇ ਅੱਗੇ ਆਪਣੇ ਸਾਰੇ ਕੱਪੜੇ ਵੀ ਲਾ ਦਿੰਦੇ ਹਾਂ। ਡਾਕਟਰ ਕਹਿੰਦਾ ਲੇਟ ਜਾਓ, ਡਾਕਟਰ ਸਟੈਥੋਸਕੋਪ ਲਗਾਉਂਦਾ ਹੈ, ਹਰ ਕਿਸਮ ਦਾ ਟੈਸਟ ਕਰਦਾ ਹੈ। ਸਾਨੂੰ ਡਾਕਟਰ ਕੋਲੋਂ ਸ਼ਰਮ ਵੀ ਨਹੀਂ ਆ ਰਹੀ ਹੁੰਦੀ। ਅਸੀਂ ਡਾਕਟਰ ਅੱਗੇ ਪੂਰੀ ਤਰ੍ਹਾਂ ਆਪਣਾ ਮਨ ਦੀਆਂ ਸਾਰੀਆਂ ਗੱਲਾਂ ਕਰ ਦਿੰਦੇ ਹਾਂ ਔਰ ਆਪਣਾ ਤਨ ਸਾਡਾ ਡਾਕਟਰ ਦੇ ਸਾਹਮਣੇ ਰੱਖ ਦਿੰਦੇ ਹਾਂ, ਕਿਉਂਕਿ ਅਸੀਂ ਸਮਰਪਿਤ ਹੋਣ ਆਏ ਹਾਂ। ਬਿਕੋਜ਼ ਆਈ ਐਮ ਬਿਮਾਰ। ਕੀ ਅਸੀਂ ਸਤਿਗੁਰ ਪਾਤਸ਼ਾਹ ਕੋਲ ਜਾਂਦੇ ਹਾਂ? ਮੈਂ ਆਪਣੀ ਆਤਮਾ ਖੋਲ੍ਹ ਕੇ ਤੁਹਾਡੇ ਸਾਹਮਣੇ ਨਾਲ ਗੱਲ ਕਰਨ ਲੱਗਾ। ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ। ਜਦੋਂ ਇਹ ਅਸੀਂ ਆ ਕੇ ਗੱਲ ਕਰਦੇ ਹਾਂ ਤਾਂ ਗੁਰੂ ਪਾਤਸ਼ਾਹ ਕਹਿੰਦੇ ਨੇ, ਅੱਛਾ ਮੈਂ ਤੇਰੇ ਅੰਦਰ ਦੇ ਕੱਪੜੇ ਲਾਵਾਂ, ਤੇਰੀ ਗੱਲ ਕਰਾਂ। ਛੋੜ ਸਿਆਣਪ ਸਗਲ ਮਨ ਤਨ ਅਰਪ ਤਰ। ਦੈਟ ਇਜ਼ ਕਾਲਡ ਸਮਰਪਣ, ਦੈਟ ਇਜ਼ ਕਾਲਡ ਸਰੈਂਡਰ। ਆਦੇਸ਼ ਦਿਸੇ ਆਦੇਸ਼। ਕਿਸ ਨੂੰ ਆਦੇਸ਼? ਐਸੇ ਰੱਬ ਜੀ ਨੂੰ। ਔਰ ਜਿਸ ਰੱਬ ਜੀ ਕੋਲੋਂ ਇਸਨੇ ਦਰ ਤੋਂ ਖਜ਼ਾਨਾ ਲੈ ਲਿਆ, ਉਸ ਨੂੰ ਇੱਕ ਇੱਕ ਇੰਦਰਾ ਗਿਆਨਿੰਦਰਾ ਵੀ ਆਦੇਸ਼ ਕਰਨ ਲੱਗ ਪੈਂਦਾ ਹੈ। ਉਹ ਸਾਡੇ ਮਨ ਜੀ, ਵਾਹ ਜੀ, ਸ਼ਾਹ ਜੀ, ਸਾਹਿਬ ਜੀ, ਤੁਸੀਂ ਤੇ ਕਮਾਲ ਕਰ ਦਿੱਤੀ ਹੈ, ਸਾਨੂੰ ਸਿੱਧੇ ਪਾਸੇ ਪਾ ਲਿਆ ਹੈ। ਅੱਖਾਂ ਵੀ ਕਹਿੰਦੀਆਂ ਅਸਾਂ ਵੀ ਉੱਥੇ ਜਾਣਾ, ਕੰਨ ਵੀ ਕਹਿੰਦੇ ਨੇ ਅਸਾਂ ਵੀ ਉੱਥੇ ਜਾਣਾ। ਕਿੱਥੇ ਜਾਣਾ? ਜਿਸ ਪਾਸੇ ਮਨ ਚਲਾ ਗਿਆ ਹੈ, ਜਿਸ ਸਿੱਧੇ ਮਾਰਗ 'ਤੇ ਮਨ ਟੁਰ ਪਿਆ ਹੈ। ਇਹ ਡੈਥ ਵਾਲਾ ਸ਼ਬਦ ਨਹੀਂ ਹੈ ਕਿ ਇੱਕ ਬੰਦੇ ਦੀ ਡੈਥ ਹੋ ਜਾਏ ਤਾਂ ਅਸੀਂ ਇੱਥੇ ਬੈਠ ਕੇ ਪੜ੍ਹੀਏ ਅਸਾਂ ਵੀ ਉੱਥੇ ਜਾਣਾ। ਸੰਗਤਾਂ ਸਮਝਦੀਆਂ ਜਿੱਥੇ ਇਹ ਬੰਦਾ ਮਰਨ ਵਾਲਾ ਚਲਾ ਗਿਆ ਅਸਾਂ ਵੀ ਉੱਥੇ ਜਾਣਾ ਹੈ। ਉਹ ਸ਼ਬਦ ਨਹੀਂ ਹੈ। ਸਾਹਿਬ ਸੰਭਾਲੇ, ਪੰਥ ਨਿਹਾਲੇ। ਇਹ ਉਸਨੇ ਆਪਣਾ ਰਸਤਾ ਸੰਭਾਲ ਲਿਆ। ਜਿਸ ਪਾਸੇ ਮਨ ਟੁਰ ਪਿਆ, ਜੇ ਮਨ ਸਿੱਧੇ ਪਾਸੇ ਨਹੀਂ ਨਾ ਟੁਰਿਆ, ਅੱਖਾਂ ਆਪਣੀ ਮਰਜ਼ੀਆਂ ਕਰਦੀਆਂ, ਅੱਖਾਂ 'ਚ ਸੂਤਕ ਪੈ ਜਾਂਦਾ ਹੈ। ਜਦੋਂ ਅੱਖਾਂ 'ਚ ਸੂਤਕ ਪੈ ਜਾਏ ਤਾਂ ਅੱਖਾਂ ਨੂੰ ਕਹਿਣਾ ਪੈਂਦਾ ਹੈ ਇਹ ਨੈਣੋਂ ਕੀ ਮਤ ਮਾਣੀਓ, ਕਿਉਂਕਿ ਇਹਨਾਂ ਨੂੰ ਅਕਲ ਹੀ ਨਹੀਂ ਹੈ। ਹਾਊ ਟੂ ਲੁੱਕ ਐਟ, ਕਿਸ ਤਰ੍ਹਾਂ ਦੂਜਿਆਂ ਨੂੰ ਦੇਖੀਦਾ ਹੈ। ਅੱਜ ਸਵੇਰੇ ਪਤਾ ਨਹੀਂ TV 'ਤੇ ਮੈਂ ਕੌਣ ਬੋਲ ਰਿਹਾ ਸੀ ਮੈਨੂੰ ਨਹੀਂ ਪਤਾ, ਪਰ ਲੰਘਦਿਆਂ ਮੈਂ ਸੁਣਿਆ ਉਹ ਦੱਸ ਰਹੇ ਸਨ ਕਿ ਉਹ ਕਹਿੰਦੇ ਨੇ ਸਿੱਖਾਂ ਦੀ ਆਦਤ ਦੇਖੋ, ਇਹ ਆਪਣੇ ਤੋਂ ਇੱਕ ਦਿਨ ਦੀ ਵੀ ਵੱਡੀ ਇਸਤਰੀ ਹੋਏ ਉਹਨੂੰ ਬੁੱਢੜੀ ਕਹਿੰਦੇ ਨੇ, ਉਸ ਨੂੰ ਮਾਂ ਕਹਿੰਦੇ ਨੇ, ਉਸ ਨੂੰ ਸਤਿਕਾਰ ਦਿੰਦੇ ਨੇ। ਦੈਟ ਇਜ਼ ਨਜ਼ਰੀਆ, ਦੈਟ ਇਜ਼ ਦ ਨਜ਼ਰ। ਹਾਊ ਯੂ ਲੁੱਕ ਐਟ ਅਦਰਸ, ਹਾਊ ਯੂ ਰਿਸਪੈਕਟ ਦ ਵੂਮੈਨ। ਕਿਸ ਤਰ੍ਹਾਂ ਰਿਸਪੈਕਟ ਕਰੀਦਾ। ਸਿੱਖ ਨੂੰ ਨਹੀਂ ਸਮਝਾਉਣਾ ਪੈਂਦਾ ਕਿ ਆਪਣੇ ਅਧਿਆਪਕ ਔਰ ਟੀਚਰ की ਰਿਸਪੈਕਟ ਕਰਨੀ ਚਾਹੀਏ, ਕਿਉਂਕਿ ਸਿੱਖ ਬਚਪਨ ਤੋਂ ਹੀ ਸਿੱਖਦਾ ਮੈਂ ਆਪਣੇ ਗੁਰੂ ਦੀ ਰਿਸਪੈਕਟ ਕਰਨੀ ਹੈ, ਅਤੇ ਗੁਰੂ ਉਸ ਨੂੰ ਰਿਸਪੈਕਟ ਕਰਦਿਆਂ ਸਿਖਾਉਂਦਾ ਮਾਂ ਪਿਓ ਦੀ ਰਿਸਪੈਕਟ ਕਰਿਆ ਕਰ, ਬਜ਼ੁਰਗਾਂ ਦੀ ਰਿਸਪੈਕਟ ਕਰਿਆ ਕਰ। ਸੋ ਕਿਉ ਮੰਦਾ ਆਖੀਏ ਜੀ ਜੰਮੈ ਰਾਜਾਨ, ਇਸਤਰੀਆਂ ਦੀ ਰਿਸਪੈਕਟ ਕਰਿਆ ਕਰ। ਇਹ ਨਾਜ਼ੁਕਤਾ ਨੂੰ ਸਿੱਖ। ਘਰ ਦੇ ਬਜ਼ੁਰਗ
ਔਰ ਸਕੂਲ ਟੀਚਰ ਤੋਂ ਲੈ ਕੇ ਸਿੱਖ ਨੂੰ ਹਰ ਕਿਸੇ ਦੀ ਰਿਸਪੈਕਟ ਕਰਨੀ ਆ ਜਾਂਦੀ ਹੈ। ਸਿੱਖੀ ਦਾ ਸਕੂਲ ਛੋਟਾ ਮੋਟਾ ਸਕੂਲ ਨਹੀਂ ਹੈ। ਐਥਿਕਸ ਦਾ, ਮੋਰਲਸ ਦਾ, ਆਈਡੀਅਲਸ ਦਾ ਬਹੁਤ ਵੱਡਾ ਸਕੂਲ ਹੈ। ਇਹਦੀ ਐਡਮਿਸ਼ਨ ਬਹੁਤ ਆਸਾਨ ਹੈ, ਕੋਈ ਵੀ ਐਡਮਿਸ਼ਨ ਲੈ ਸਕਦਾ ਹੈ। ਹਰ ਕਿਸੇ ਨੂੰ ਆਪਣਾ ਮਨ ਇੱਥੇ ਆ ਕੇ ਸਮਰਪਿਤ ਕਰਨਾ ਹੈ। ਆਦੇਸ਼ ਦਿਸੈ ਆਦੇਸ਼। ਐਸੇ ਪਾਤਸ਼ਾਹ ਜੀ ਨੂੰ ਜਿਨ੍ਹਾਂ ਨੇ ਮੇਰੇ ਮਨ ਨੂੰ ਪਾਤਸ਼ਾਹ ਬਣਾਇਆ, ਉਹਨਾਂ ਨੂੰ ਆਦੇਸ਼ ਹੈ। ਉਹ ਐਸੇ ਵਾਲਾ ਯੁੱਗ ਦਾ ਵੇਸ ਦਿੰਦੇ ਨੇ। ਆਦ ਜਿਸ ਦਾ ਸਟਾਰਟ ਕੋਈ ਨਹੀਂ, ਅਨਾਦ ਕਹਿੰਦੇ ਨੇ ਉਹਨੂੰ, ਆਦ ਸ਼ੁਰੂ ਤੋਂ। ਬਟ ਨੋਬਡੀ ਨੋਜ਼ ਕਦੋਂ ਸ੍ਰਿਸ਼ਟੀ ਬਣੀ। ਜਿਵੇਂ ਬਾਹਰਲੀ ਸ੍ਰਿਸ਼ਟੀ ਦੇ ਬਾਰੇ ਕੋਈ ਨਹੀਂ ਦੱਸ ਸਕਦਾ ਸ੍ਰਿਸ਼ਟੀ ਕਦੋਂ ਬਣੀ, ਰੱਬ ਜੀ ਨੇ ਕਦੋਂ ਬਣਾਈ ਕੋਈ ਨਹੀਂ ਕਹਿ ਸਕਦਾ। ਇੰਜ ਜਿਹੜਾ ਵਿਰਲਾ ਮਨ ਰੱਬੀ ਗੁਣ ਲੈ ਕੇ ਆਪਣੀ ਸ੍ਰਿਸ਼ਟੀ ਸਾਜਦਾ ਹੈ। ਤੀਰਥ ਨਾਵਾਂ ਜੇ ਤਿਸ ਭਾਵਾਂ ਵਿਣ ਪਾਣੇ ਕੇ ਨਾਇਕਰੀ ਜੇ ਤਿਸ ਸਿਰ ਠੁਪਾਈ ਵੇਖਾ। ਸਿਰ ਠੁਪਾਈ ਦਾ ਮਤਲਬ ਕੀ ਹੈ? ਸ੍ਰਿਸ਼ਟੀ ਜਿਹੜੀ ਸੱਜ ਗਈ, ਜਿਹੜਾ ਮੇਰਾ ਤੁਸੀਂ ਥੋਟ ਪ੍ਰੋਸੈਸ ਬਣਾਇਆ। ਵਿਣ ਕਰਮਾ ਕੇ ਮਿਲਣ ਲਈ ਜੇ ਮੈਂ ਤੁਹਾਡੀ ਸੁਮਤ ਨਾ ਲੈਂਦਾ, ਤੁਹਾਡਾ ਕਰਮਾ, ਤੁਹਾਡਾ ਫਲਸਫਾ, ਤੁਹਾਡਾ ਨਜ਼ਰੀਆ, ਤੁਹਾਡਾ ਪੈਰਾਡਿਮ ਨਾ ਮੈਂ ਲੈਂਦਾ ਤਾਂ ਕਿ ਮਿਲਣ ਲਈ ਇਹ ਸ੍ਰਿਸ਼ਟੀ ਮੈਨੂੰ ਮਿਲਣੀ ਨਹੀਂ ਸੀ। ਦੁਨੀਆ ਇਸ ਬਾਹਰਲੀ ਸ੍ਰਿਸ਼ਟੀ ਦੀਆਂ ਗੱਲਾਂ ਕਰਦੀ ਹੈ, ਗੁਰੂ ਸਾਹਿਬ ਅੰਦਰ ਦੀ ਸ੍ਰਿਸ਼ਟੀ ਦੀ ਸਾਜਨਾ ਕਰਦੇ ਨੇ। ਤਾਂ ਜਿਸ ਦੀ ਅੰਦਰ ਦੀ ਸ੍ਰਿਸ਼ਟੀ ਸਾਜੀ ਜਾਂਦੀ ਹੈ, ਉਹ ਨਹੀਂ ਕਹਿ ਸਕਦਾ ਮੈਂ ਕਿਸ ਦਿਨ ਕਿਹੜੇ ਪਲ ਐਲੀਵੇਟ ਹੋਇਆ ਸੀ, ਕਦੋਂ ਮੇਰੀ ਨਵੀਂ ਸ੍ਰਿਸ਼ਟੀ ਸਜੀ ਸੀ। ਇਹ ਮੈਂ ਕਹਿ ਸਕਦਾ ਹਾਂ ਕਿ ਮੈਂ ਫਲਾਣੀ ਤਰੀਕ ਗੁਰਦੁਆਰੇ ਆਇਆ ਸਾਂ, ਪਰ ਇਹ ਮੈਂ ਕਲੇਮ ਨਹੀਂ ਕਰ ਸਕਦਾ ਕਿ ਮੇਰੀ ਅਕਲ ਟਿਕਾਣੇ ਕਿਹੜੇ ਪਲ ਆਈ ਸੀ। ਉਸ ਨੂੰ ਕੋਈ ਕਲੇਮ ਨਹੀਂ ਕਰ ਸਕਦਾ। ਕਵਣ ਸੁਵੇਲਾ ਵਕਤ ਕਵਣ, ਕਵਣ ਥਿਤ ਕਵਣ ਵਾਰ, ਕਵਣ ਸਿਰੁੱਤੀ ਮਾਂ, ਕਵਣ ਜਿਤ ਹੁਆ ਆਕਾਰ। ਵੇਲ ਨਾ ਪਾਈਆ ਪੰਡਤੀ ਜੀ ਹੋਵੇ ਲੇਖ ਪੁਰਾਣ। ਤੂੰ ਪੰਡਤ ਵੀ ਬਣ ਜਾਏ, ਤੂੰ ਗ੍ਰੰਥ ਵੀ ਪੜ੍ਹ ਲਵੇਂ, ਇਹ ਤੂੰ ਨਹੀਂ ਲੱਭ ਸਕਦਾ, ਕਲੇਮ ਨਹੀਂ ਕਰ ਸਕਦਾ ਕਿ ਮੇਰਾ ਜੀਵਨ ਚੇਂਜ ਕਦੋਂ ਹੋਇਆ, ਨਿਮਕ ਉਹ ਪਲ ਕਿਹੜਾ ਸੀ। ਕੋਈ ਨਹੀਂ ਕਲੇਮ ਕਰ ਸਕਦਾ। ਆਦ ਸਟਾਰਟ ਨਹੀਂ ਪਤਾ। ਅਨੀਲ, ਅਨੀਲ ਹੁੰਦਾ ਵਿਕਾਰਾਂ ਤੋਂ ਰਹਿਤ, ਚਮਕ ਵਾਲੀ ਸੁਮਤ। ਅਨਾਦ ਜਿਸ ਦਾ ਸਟਾਰਟ ਵੀ ਨਹੀਂ ਪਤਾ, ਅੰਤ ਵੀ ਨਹੀਂ ਪਤਾ ਕੁਛ। ਅਨਾਹਤ, ਅਨਾਹਤ ਹੁੰਦਾ ਜਿਸ ਨੂੰ ਕਦੇ ਖਤਮ ਨਾ ਕੀਤਾ ਜਾ ਸਕੇ। ਇੱਕ ਵਾਰੀ ਸ੍ਰਿਸ਼ਟੀ ਸਾਜੇ ਨਾ ਫਿਰ ਖਤਮ ਨਹੀਂ ਹੁੰਦੀ। ਲੋਕੀ ਬਾਹਰਲੀ ਸ੍ਰਿਸ਼ਟੀ ਦੀ ਖਤਮ ਹੋਣ ਦੀਆਂ ਗੱਲਾਂ ਕਰਦੇ ਨੇ। आज इतने बजे फलानी जगह इतने बजे तुम अपना सब सोना जेवर दे जाओ और फलाने दिन धरती फना हो जाएगी। ये लोकी तखमीने लाते रहते हैं। कोई नहीं कह सकता बाहरली सृष्टि कदों कितने हज़ारा सालों तो बनी हुई है और कदों फना होएगी, नोबडी कैन क्लेम। पर बाहरली फना होए या ना होए, जिहड़ा सतगुर दी मत दी जो इस खजाने नूं माण लैंदा, गुर ते महल प्राप्ते जिसनूं हो जाता है, ਉਹ ਹਮੇਸ਼ਾ ਨਾਨਕ ਬੱਧਾ ਘਰ ਤਹਾਂ ਜਿੱਥੇ ਮਿਰਤ ਨ ਜਨਮ ਜ਼ਰਾ, ਨਾ ਬੁਢਾਪਾ ਨਾ ਮੌਤ ਨਾ ਜਨਮ, ਤੇ ਨਾ ਕਦੇ ਖਤਮ ਹੁੰਦੀ ਹੈ, ਡਿਸਟਰੋਏ ਹੁੰਦੀ ਹੀ ਨਹੀਂ ਸ੍ਰਿਸ਼ਟੀ। ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ, ਉਹ ਸਦੀਵੀ ਵੇਸ ਧਾਰਨ ਕਰ ਲੈਂਦਾ ਹੈ। ਵੇਸ ਦੀ ਗੱਲ ਚੱਲ ਰਹੀ ਹੈ, ਕਿਹੜੀ ਪੁਸ਼ਾਕ ਉਹ ਮੱਤ ਉੱਤੇ ਪਾਉਂਦਾ ਹੈ, ਕਿਹੜਾ ਚੋਲਾ ਉਹ ਮੱਤ ਉੱਤੇ ਪਾਉਂਦਾ ਹੈ, ਉਸ ਪੁਸ਼ਾਕ ਦੀ ਗੱਲ ਚੱਲ ਰਹੀ ਹੈ। ਗੁਰਬਾਣੀ ਦਾ ਇੱਕ ਨੁਕਤਾ ਨਿਕਲ ਕੇ ਆਏਗਾ। ਗੁਰਬਾਣੀ ਕਿਸੇ ਭੇਖ ਨੂੰ ਐਕਸੈਪਟ ਨਹੀਂ ਕਰਦੀ ਹੈ। ਗੁਰਬਾਣੀ ਕਹਿੰਦੀ ਹੈ ਬਾਹਰਲੇ ਭੇਖ ਨੂੰ ਵੇਸੀ ਸ਼ੌ ਨਾ ਪਾਈਏ। ਕੋਈ ਵੀ ਵੇਸ ਤੂੰ ਧਾਰਨ ਕਰ ਲੈ, ਵੇਸ ਧਾਰਨ ਕਰਨ ਨਾਲ ਰੱਬ ਜੀ ਪ੍ਰਾਪਤ ਨਹੀਂ ਹੁੰਦੇ ਨੇ। ਤੈਨੂੰ ਮੱਤ ਉੱਤੇ ਜੁਗ ਜੁਗ ਇੱਕੋ ਵੇਸ ਵਾਲਾ ਵੇਸ ਧਾਰਨ ਕਰਨਾ ਹੈ। ਔਰ ਆਮ ਦੁਨੀਆ ਸਮਝਦੀ ਹੈ ਜਦੋਂ ਸਿੱਖ ਨੇ ਆਪਣੇ 5 ਕਕਾਰ ਪਾਏ ਨੇ, ਇਹ 5 ਕਕਾਰ
ਲੋਕੀ ਇਸ ਨੂੰ ਵੇਸ ਸਮਝਦੇ ਨੇ। ਪੰਜ ਕਕਾਰ ਵੇਸ ਨਹੀਂ ਹੈ। ਪੰਜ ਕਕਾਰ ਇੱਕ ਜੀਵਨ ਜਾਚ ਹੈ। ਸੋ ਅਸੀਂ ਗੁਰਮਤਿ 'ਚ ਪੰਜ ਕਕਾਰਾਂ ਨੂੰ ਵੇਸ ਨਹੀਂ ਸਮਝਦੇ ਹਾਂ, ਲੇਕਿਨ ਜਿਹੜੇ ਪੰਜ ਕਕਾਰ ਧਾਰਨ ਕੀਤੇ ਨੇ ਇਹਨਾਂ ਦੇ ਨਾਲ ਜੀਵਨ ਜੁਗਤ ਜੀਵਨ ਜਾਚ ਸਿੱਖਦੇ ਹਾਂ, ਇਨਸਾਨੀਅਤ ਭਰਪੂਰ। ਅਤੇ ਮੱਤ ਉੱਤੇ ਜਿਹੜਾ ਵੇਸ ਪਾਉਣਾ ਹੈ ਉਹ ਗੁਰਬਾਣੀ ਰਾਹੀਂ ਸਿੱਖਦੇ ਹਾਂ। ਜੁਗ ਜੁਗ ਏਕੋ ਵੇਸ ਆਪਣੀ ਮੱਤ ਉੱਤੇ ਪਾਉਂਦੇ ਹਾਂ। ਇਹ ਜੁਗ ਜੁਗ ਏਕੋ ਵੇਸ। ਹੁਣ ਵੇਸ ਦੀ ਗੱਲ ਆਈ ਤਾਂ ਇਹ ਪੌੜੀਆਂ ਸ਼ੁਰੂ ਹੋਈਆਂ ਮੁੰਦਾ ਸੰਤੋਖ ਦੀਆਂ, ਅਤੇ ਇਹਨਾਂ ਪੌੜੀਆਂ ਵਿੱਚ ਜਿਹੜੀਆਂ ਟਰਮਸ ਨੇ ਇਹ ਟਰਮਸ ਸਿੱਧਾ ਜੋਗੀਆਂ ਦੀ ਬੋਲੀ ਵਿੱਚ ਵਰਤੀਆਂ ਜਾਂਦੀਆਂ ਸੀ, ਕਿਉਂਕਿ ਸਿੱਧ ਜੋਗੀ ਸਮਝਦੇ ਸੀ ਇੱਕ ਖਾਸ ਪਹਿਰਾਵਾ, ਇੱਕ ਖਾਸ ਵੇਸ ਧਾਰਨ ਕਰਨਾ ਪਏਗਾ ਤਾਂ ਸਿੱਧਾ ਜੋਗੀਆਂ ਨਾਲ ਜੁੜਿਆ ਹੋਇਆ ਯੋਗ ਯੋਗਾ ਔਰ ਸਿੱਧ ਯੋਗ ਮਤ ਸਮਝਦੀ ਹੈ ਕੋਈ ਖਾਸ ਵੇਸ ਧਾਰਨ ਕਰਾਂਗੇ ਤਾਂ ਸਾਡਾ ਰੱਬ ਜੀ ਦੇ ਨਾਲ ਯੋਗ ਹੋਏਗਾ। ਗੁਰੂ ਪਾਤਸ਼ਾਹ ਯੋਗ ਜੁਗਤ ਇਹ ਪਾਈਏ ਐਕਸਪਲੇਨ ਕਰਦੇ ਨੇ ਯੋਗ ਜੁਗਤ ਕੀ ਹੁੰਦਾ ਹੈ। ਗੁਰੂ ਪਾਤਸ਼ਾਹ ਕਹਿੰਦੇ ਨੇ ਤੂੰ ਆਪਣੇ ਸਰੀਰ ਨੂੰ ਠੀਕ ਰੱਖਣਾ ਚਾਹੁੰਦਾ ਹੈ, ਤੈਨੂੰ ਮਨ ਦਾ ਰੱਬ ਜੀ ਦੇ ਨਾਲ ਯੋਗ ਕਰਨਾ ਪਵੇਗਾ, ਰੱਬ ਜੀ ਦੇ ਨਾਲ ਮਿਲਾਪ ਕਰਨਾ ਪਵੇਗਾ। ਔਰ ਲੋਕੀ ਯੋਗ ਦਾ ਮੈਨਾ ਪਲੱਸ ਵੀ ਸਮਝਦੇ ਨੇ। ਮੈਨੂੰ ਅੱਜ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਜਦੋਂ ਪਲੱਸ ਕਰਦੇ ਨੇ ਤਾਂ ਪਲੱਸ ਵਿੱਚ ਹੁੰਦਾ 1 ਤੇ 1 2 11। ਸੋ ਬੋਥ ਐਂਟੀਟੀਜ਼ ਆਰ ਦੇਅਰ। ਲੇਕਿਨ ਗੁਰਮਤਿ ਯੋਗ ਦਾ ਮਤਲਬ ਕੀ ਹੈ? ਸਤਿਗੁਰ ਕੀ ਜਿਸ ਨੂੰ ਮਤ ਆਵੇ ਸੋ ਸਤਿਗੁਰ ਮਾਏ ਸਮਾਨਾ। ਦੂਜੀ ਐਂਟੀਟੀ ਮਨ ਦੀ ਰਹੀ ਹੀ ਨਹੀਂ, ਮਨ ਮਰਜ ਕਰ ਗਿਆ। ਤੂੰ ਕਰਤਾ तू हुआ मुझ में रहा ना हूँ। जब आपा पर का मिट गया जत देखा तत तू। सो गुरमत दा योग है मर्ज हो जाना। असी अपने बिलवड अपने प्यारे नाल मर्ज हो जाते हाँ, क्योंकि उसकी रज़ा अनुसार जीण लग पैंदे हाँ। जो उसकी रज़ा तो उलट सिर नो करता है इंज नो आई कैन नॉट, नो इट इज़ डिफ़िकल्ट, नो इट इज़ वीर जी मुश्किल है, वो वाला सिर रहिंदा ही नहीं। सिर तरतली गली मेरी हो जो हो गया, इसनूं आशिकी कहंदे ने, इसनूं प्रेम कहंदे ने। गुरमत दा प्रेम कर्म कांड करना नहीं है। गुरमत दा प्रेम की है? गुर किया साकार कमाओ। मीत करे सोई हम माना, मीत के करतब कुशल समाना। सतगुर ने जो किया उसनू सिर मत्थे मड़ना गुरमत दा प्रेम है, गुरमत दी आशिकी है। कर्मा कांडा नू अखा नूट के करना गुरमत दा प्रेम नहीं है। गोबर ते अगरबत्ती लगा के 40 दिन घूमते रहना गुरमत दा प्रेम नहीं है। किसी जगह फेरियां ले जाना गुरमत दा प्रेम नहीं है। मन हर वेले सतगुर दे दसे मार्ग ते टुरे गुरमत दा ये प्रेम है। खैर असी जुग जुग एको वेस तो आए जोगियां दी बोली ते जोगी समझदे सी कोई मुंदरा पाणियां चाहीदियां हन। जिन्हां ने हीर रांझे दियां कहानियां सुनी होईयां और ਜਿਹੜੇ ਉਸ ਕਿਸਮ ਦੀ ਇਸ਼ਕੀ ਮੁਸ਼ਕੀ ਵਿੱਚ ਪੈਂਦੇ ਨੇ ਉਹ ਮੁੰਡੇ ਕੁੜੀਆਂ ਅੱਜ ਵੀ ਉਹ ਮੁੰਦਰਾਂ ਪਾ ਕੇ ਫਿਰਦੇ ਹਨ। ਇਹਨਾਂ ਮੁੰਦਰਾਂ ਦੀ ਗੁਰਮਤ ਨੇ ਗੱਲ ਨਹੀਂ ਕੀਤੀ ਹੈ। ਗੁਰੂ ਪਾਤਸ਼ਾਹ ਕਹਿੰਦੇ ਨੇ ਕੰਨਾਂ ਉੱਤੇ ਮੁੰਦਰਾਂ ਪਾ। ਸੋ ਜੋਗੀਆਂ ਦੀ ਬੋਲੀ ਵਿੱਚ ਹੈ ਜੋਗੀ ਝੋਲੀ ਰੱਖਦੇ ਸੀ, ਇੱਕ ਚਿੱਪੀ ਪਾਤਰ ਰੱਖਦੇ ਸੀ, ਕੰਨ ਵਿੱਚ ਮੁੰਦਰਾਂ ਪਾਉਂਦੇ ਸਨ, ਵਿਭੂਤ ਲਗਾਉਂਦੇ ਸਨ और अपने आप ਨੂੰ ਦੁਨੀਆ ਤੋਂ ਉਪਰਾਮ ਕਰਕੇ ਗ੍ਰਸਤੀ ਨੂੰ ਤਿਆਗ ਕੇ ਇਸਤਰੀ ਨੂੰ ਤਿਆਗ ਕੇ ਸੈਕਸ਼ੂਅਲ ਜੋ ਕੁਝ ਵੀ ਗੱਲਾਂ ਨੇ ਉਹਨਾਂ ਤੋਂ ਪਰੇ ਜਾ ਕੇ ਜੰਗਲਾਂ ਵਿੱਚ ਪਹਾੜੀਆਂ ਵਿੱਚ ਰਹਿਣ ਨੂੰ ਸਮਝਦੇ ਸਨ। ਆਪਣੇ ਕੋਲ ਇੱਕ ਡੰਡਾ ਰੱਖਦੇ ਸਨ ਅਤੇ ਉਹਨਾਂ ਦੀ ਇੱਕ ਆਈ ਪੰਥੀ ਹੁੰਦੀ ਸੀ ਜਿਹਦੇ ਵਿੱਚ 12 ਜਮਾਤਾਂ ਹੁੰਦੀਆਂ ਨੇ, ਤਾਂ ਉਹਦੇ ਵਿਚਕਾਰ ਉਹ ਵੱਖਰੇ ਵੱਖਰੇ ਉਹਨਾਂ ਦੇ ਫਿਰਕੇ ਹੁੰਦੇ ਸਨ, ਉਹਨਾਂ ਦੇ ਵੱਖਰੇ ਵੱਖਰੇ ਸਟੇਟਸ ਹੁੰਦੇ ਸਨ कि इन ये कित्थे पहुँचे ने, कित्थे पहुँचे ने, कित्थे पहुँचे ने।
ਇਹ ਉਹਨਾਂ ਦੀ ਆਈ ਪੰਥੀ ਦੀ ਪੂਰੀ ਇਹ ਵੋਕੈਬਲਰੀ ਹੈ, ਜਿਸ ਵੋਕੈਬਲਰੀ ਨੂੰ ਗੁਰੂ ਪਾਤਸ਼ਾਹ ਨੇ ਪ੍ਰੌಢਾਵਾਦ ਦੇ ਸਪੀਕਿੰਗ ਇਨ ਵਰਨੈਕੂਲਰ ਦੇ ਢੰਗ ਵਿੱਚ ਵਰਤਿਆ। ਇਹ ਸਾਰੀਆਂ ਗੱਲਾਂ ਪਰਪਸਲੀ ਕੱਲ੍ਹ ਮੈਂ ਇਸ ਕਰਕੇ ਨਹੀਂ ਸਾਂਝ ਕੀਤੀਆਂ ਸੀ ਕਿਉਂਕਿ ਅਸੀਂ ਪਿਛਲੀਆਂ ਪੌੜੀਆਂ ਤੋਂ ਰੀਕੈਪ ਕਰਕੇ ਐਂਟਰ ਕਰਨਾ ਸੀ, ਔਰ ਕੱਲ੍ਹ ਅਸੀਂ ਇਸ ਦੇ ਬਾਰੇ ਇਸ ਦੀ ਜਿਸਟ ਨੂੰ ਸਮਝ ਚੁੱਕੇ ਹੋਏ ਹਾਂ ਕਿ ਸੰਤੋਖ ਦੀਆਂ ਮੁੰਦਰਾਂ ਪਾਣੀਆਂ ਹਨ। ਤੂੰ ਇਹ ਵਾਲੇ ਕੰਨ ਨਹੀਂ, ਮਨ ਦੇ ਕੰਨਾਂ ਉੱਤੇ ਤ੍ਰਿਸ਼ਨਾ ਤੋਂ ਰਹਿਤ ਸੰਤੋਖ ਵਾਲੀ ਮਤ ਦੇ ਮੁੰਦੇ ਪਾਣੇ ਹਨ। ਇਹਦਾ ਮਤਲਬ ਇਹ ਵੀ ਹੋਇਆ ਕਿ ਤ੍ਰਿਸ਼ਨਾ ਸਟਾਰਟਸ ਥਰੂ ਆਵਰ ਕੰਨ, ਤ੍ਰਿਸ਼ਨਾ ਸਟਾਰਟਸ ਫਰੋਮ ਆਵਰ ਔਰਗਨਸ, ਤ੍ਰਿਸ਼ਨਾ ਸਟਾਰਟਸ ਫਰੋਮ ਮਾਈ ਆਈਜ਼, ਤ੍ਰਿਸ਼ਨਾ ਸਟਾਰਟਸ ਫਰੋਮ ਮਾਈ ਆਲ ਔਰਗਨਸ, ਜਿਨ੍ਹਾਂ ਨੂੰ ਅਸੀਂ ਇੰਦਰੇ ਜਾਂ ਗਿਆਨਿੰਦਰੇ ਕਹਿੰਦੇ ਹਾਂ। ਇਹਨਾਂ ਸਾਰਿਆਂ ਤੋਂ ਤ੍ਰਿਸ਼ਨਾ ਸਟਾਰਟ ਹੁੰਦੀ ਹੈ, ਪਰ ਇਹਨਾਂ ਸਾਰਿਆਂ ਦੀ ਸੋਰਸ ਕੌਣ ਹੈ? ਮਨ। ਇਸ ਕਰਕੇ ਮਨ ਉੱਤੇ ਹੀ, ਮਨ ਦੇ ਕੰਨਾਂ ਉੱਤੇ ਤੂੰ ਸੰਤੋਖ ਦੀ ਮੁੰਦਰਾ ਪਾ ਲੈਣਾ। ਰੀਅਲ ਸਮਰਪਣ ਆ ਜਾਏਗਾ। ਸੋ ਬੜੇ ਲੋਕਾਂ ਨੇ ਮੈਨੂੰ ਪੁੱਛਿਆ ਕਿ ਸਪੀਕਿੰਗ ਇਨ ਵਰਨੈਕੂਲਰ ਕੀ ਹੁੰਦਾ, ਪ੍ਰੌಢਾਵਾਦ ਕੀ ਹੁੰਦਾ ਹੈ, ਤਾਂ ਉਹਨਾਂ ਨੂੰ, ਕਿਉਂਕਿ ਅਸੀਂ ਜਪਜੀ ਸਾਹਿਬ ਬੇਸਿਕ ਡਿਸਕਸ ਕਰ ਰਹੇ ਹਾਂ, ਮੈਂ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਗੁਰੂ ਪਾਤਸ਼ਾਹ ਜਿਸ ਤਰ੍ਹਾਂ ਜੋਗੀਆਂ ਦੀ ਪ੍ਰਚਲਿਤ ਬੋਲੀ ਹੈ, ਪਰ ਇਸ ਬੋਲੀ ਨੂੰ ਵਰਤ ਕੇ ਮੈਸੇਜ ਆਪਣਾ ਦਿੰਦੇ ਨੇ, ਇਸੀ ਤਰੀਕੇ ਨੂੰ ਪ੍ਰੌಢਾਵਾਦ ਕਹਿੰਦੇ ਨੇ। ਮੀਨਸ ਜੋ ਵੋਕੈਬਲਰੀ ਪਾਪੂਲਰ ਹੋਵੇ ਉਸ ਵੋਕੈਬਲਰੀ ਨੂੰ ਵਰਤ ਕੇ ਉਹ ਅੱਖਰਾਂ ਨੂੰ, ਉਹ ਪ੍ਰਚਲਿਤ ਕਹਾਣੀਆਂ ਦੇ ਕਰੈਕਟਰਸ ਨੂੰ, ਕਿਰਦਾਰਾਂ ਨੂੰ ਵਰਤ ਕੇ ਸੁਨਿਆ ਆਪਣਾ ਦੇਣਾ। ਮੀਨਸ ਭਾਂਡੇ ਉਹ ਵਾਲੇ ਵਰਤਨੇ, ਪਰ ਡਿਸ਼ ਵਿੱਚ ਆਪਣੀ ਰੱਖਣੀ। ਗੁਰੂ ਸਾਹਿਬ ਆਪਣੀ ਸੰਤੋਖ ਦੀ ਡਿਸ਼ ਕੁੱਕ ਕਰਦੇ ਨੇ ਔਰ ਇਹਨਾਂ ਭਾਂਡਿਆਂ 'ਚ ਰੱਖਦੇ ਨੇ। ਦਿਸ ਇਜ਼ ਦਾ ਵੇ ਵਿਚ ਵੀ ਕਾਲ ਇਨ ਇੰਗਲਿਸ਼ ਸਪੀਕਿੰਗ ਇਨ ਵਰਨੈਕੂਲਰ, ਰਾਈਟਿੰਗ ਇਨ ਵਰਨੈਕੂਲਰ, ਔਰ ਇਹਨੂੰ ਪੰਜਾਬੀ 'ਚ ਕਹਿੰਦੇ ਨੇ ਪ੍ਰੌಢਾਵਾਦ। ਉਹ ਵਾਲਾ ਵਾਦ, ਉਹ ਵਾਲਾ ਸੰਵਾਦ, ਉਹ ਵਾਲਾ ਡਿਸਕਸ਼ਨ, ਉਹ ਵਾਲੀ ਕਨਵਰਸੇਸ਼ਨ, ਉਹ ਵਾਲੀ ਬੋਲਣ ਦਾ ਤਰੀਕਾ ਜਿਹਦੇ ਵਿੱਚ ਸੁਣਨ ਵਾਲੇ ਦੇ ਅੱਖਰ ਵਰਤੇ ਜਾਂਦੇ ਨੇ ਪਰ ਸੁਨਿਆ ਆਪਣਾ ਹੁੰਦਾ ਹੈ। ਜਿਵੇਂ ਦੁਨੀਆ ਅੰਨਾ ਸਮਝਦੀ ਹੈ ਜਿਹੜੇ ਇਹਨਾਂ ਅੱਖਾਂ ਨਾਲ ਨਹੀਂ ਦੇਖ ਸਕਦੇ ਨੇ, ਪਰ ਗੁਰੂ ਪਾਤਸ਼ਾਹ ਅੰਨਾ ਲਫ਼ਜ਼ ਵੀ ਵਰਤਦੇ ਨੇ ਤੇ ਕਹਿੰਦੇ ਨੇ अन्ने से ना आँखियाँ जिन मुख लोयण नाए, जो इन आँखों से नहीं देख सकते हैं उनको अंधा नहीं कहते हैं। गुरु पातशाह अपना प्रौढ़ावाद वर्तन लगे ने और फिर कहते ने अन्ने से ही नानका उनको अंधा कहते हैं, अन्ने से ही नानका खसमों कुत्थे जाएं जो सच तो मुनकर हो जाते ने। दोज हू वॉन्डर अवे फ्रॉम द ट्रू पाथ उन्होंने अंधा कहते ने। गुरु पातशाह ने अंधा लफज भी वरत्या लेकिन मीनिंग आपने रखे। इनू प्रौढ़ावाद कहते ने। खैर प्रौढ़ावाद दियां जोगी मत दे प्रचलित अखरां नूं गुरु पातशाह ने वरत्या। असी लड़ीवार समझ रहे हैं जिहड़ा मन कुड़ियार तो सचियार बन के इत्थे तक पहुँचा, सचियार बनन दी तांग विच सोदर दे अंदर आया, उसने रब्बी गुण संभाले, तो वह हमेशा दा चोला जिहड़ा पाना चाहता है उसनूं समझाया जा रहा है कि हमेशा युग युग दा वेश किवें धारण करीदा है। जिसनूं ये वाला वेश समझ आ जाएगा वह मनुख बाहरले शिंगार तो छुट जाता है, क्योंकि वह सतगुर दे फिटनेस सेंटर विच आ गया, क्योंकि वह सतगुर दे ब्यूटी पार्लर विच आ गया। सतगुर ए मन सुंदर अपना हरनाम मजीठे रंगरी, इस मन नूं सुंदर बनाउण दा शिंगार सिखांदे ने। चज अचार दा शिंगार सिखांदे ने। गुरु पातशाह एक सवाल पेश करदे ने, जाए पुछो सुहागणी, जाए पुछो सुहागणी, तुसी राव्या किन्नी गुणी, तुसी राव्या किन्नी गुणी।
ਮਿੱਠਾ ਬੋਲਣੀ ਪੀਰ ਰਿਸਾਲੂ ਤਾਂ ਮਿਲੇ ਪੀਰ ਰਿਸਾਲੂ ਤਾਂ ਮਿਲੇ ਜਾਂ ਗੁਰ ਕਾ ਸ਼ਬਦ ਸੁਣੀ ਜਾਂ ਗੁਰ ਕਾ ਸ਼ਬਦ ਸੁਣੀ ਆਵੋ ਪੈਣੇ ਗਲ ਮਿਲੇ ਅੰਕ ਸਹੇਲੜੀਆਂ ਅੰਕ ਸਹੇਲੜੀਆਂ ਆਵੋ ਪੈਣੇ ਗਲ ਮਿਲੇ ਅੰਕ ਸਹੇਲੜੀਆਂ ਅੰਕ ਸਹੇਲੜੀਆਂ। ਆਪਣੇ ਇੱਕ ਇੰਦਰੀ ਗਿਆਨ ਇੰਦਰੀ ਨੂੰ, ਆਪਣੇ ਅੰਗਾਂ ਨੂੰ, ਆਪਣੇ ਥਾਟ ਪ੍ਰੋਸੈਸ ਨੂੰ ਸਹੇਲੜੀਆਂ ਕਹਿੰਦੇ ਨੇ। ਉਹਨਾਂ ਸਾਰਿਆਂ ਨੂੰ ਮਨ ਕਹਿੰਦਾ ਪਿਆ ਆਓ ਭੈਣੇ ਗੱਲ ਮਿਲੇ ਅੰਕ ਸਹੇਲੜੀਆਂ ਰੱਬ ਜੀ ਨੂੰ ਮਿਲ ਜਾਈਏ। ਔਰ ਜਿਹੜੇ ਮਿਲ ਜਾਂਦੇ ਨੇ ਉਹਨਾਂ ਨੂੰ ਸੁਹਾਗਣ ਕਹਿੰਦੇ ਨੇ। ਜਾਏ ਪੁੱਛੋ ਸੁਹਾਗਣੀ ਤੁਸੀਂ ਰਾਵਿਆ ਕਿੰਨੀ ਗੁਣੀ, ਕਿਸ ਤਰ੍ਹਾਂ ਰੱਬ ਜੀ ਨੂੰ ਮਾਣੀਦਾ ਹੈ। ਜਵਾਬ ਦਿੰਦੇ ਨੇ ਸਹਿਜ ਸੰਤੋਖ ਸ਼ਿੰਗਾਰੀਆ, ਸਹਿਜ ਤੇ ਸੰਤੋਖ ਦਾ ਸ਼ਿੰਗਾਰ ਕਰਦੇ ਨੇ। ਮਿੱਠਾ ਬੋਲਣੀ, ਮਿੱਠਾ ਬੋਲਣ ਦਾ ਸ਼ਿੰਗਾਰ ਕਰਦੇ ਨੇ। ਔਰ ਇਹ ਮਿੱਠਾ ਬੋਲਣ ਦਾ ਸ਼ਿੰਗਾਰ ਕਰਨ ਨਾਲ ਕੀ ਹੁੰਦਾ, ਫਿਰ ਰਿਸਾਲੂ ਤਾਂ ਮਿਲੇ। ਦੈਟਸ ਹਾਊ ਯੂ ਮੀਟ ਦਾ ਗੋਡ, ਯੂ ਇੰਜੋਏ ਦਾ ਵਨਨੈਸ ਵਿਦ ਗੋਡ। ਫਿਰ ਰਿਸਾਲੂ ਤਾਂ ਮਿਲੇ ਜਾਂ ਗੁਰ ਕਾ ਸ਼ਬਦ ਸੁਣੀ। ਗੁਰ ਕਾ ਸ਼ਬਦ ਸੁਣਨ ਦਾ ਝੋਲਾ ਪਾਉਣਾ ਹੈ, ਗੁਰ ਕਾ ਸ਼ਬਦ ਸੁਣਨ ਦਾ ਵੇਸ ਧਾਰਨ ਕਰਨਾ ਹੈ। ਔਰ ਗੁਰ ਕਾ ਸ਼ਬਦ ਦਾ ਵੇਸ ਹਮੇਸ਼ਾ ਵਾਸਤੇ ਧਾਰਨ ਕੀਤਾ ਜਾਂਦਾ ਹੈ। ਜਦੋਂ ਉਹ ਧਾਰਨ ਕੀਤਾ ਜਾਂਦਾ ਹੈ ਤਾਂ ਮਾਨੋ ਮਨ ਦੇ ਕੰਨਾਂ ਉੱਤੇ ਸੰਤੋਖ ਦੀਆਂ ਮੁੰਦਰਾਂ ਪਾ ਲਈਆਂ। ਮੁੰਦਾ ਸੰਤੋਖ, ਸ਼ਰਮ ਪਤ ਝੋਲੀ। ਉਹ ਝੋਲੀ ਜਿਹੜੀ ਹੁੰਦੀ ਹੈ, ਉਹ ਝੋਲੀ ਕੀ ਬਣਾਉਂਦੇ ਨੇ, ਜੋਗੀ ਤਾਂ ਇੱਕ ਕੱਪੜੇ ਦੀ ਝੋਲੀ ਕੋਲ ਰੱਖਦੇ ਸਨ, ਜਿਸ ਨੂੰ ਅਸੀਂ ਅੱਜ ਦੀ ਲੈਂਗੁਏਜ ਵਿੱਚ ਮੇਰਾ ਪਰਸ ਕਹਿੰਦੇ ਆ, ਮਾਈ ਪਰਸ। ਉਹਦੀ ਪਰਸ ਕੀ ਹੁੰਦਾ, ਝੋਲੀ ਕੀ ਹੁੰਦੀ ਹੈ, ਉਹ ਪੱਤ ਰੱਖਣ ਵਾਲੀ ਮੱਤ ਦੇ ਨਾਲ ਸ਼ਰਮ ਕਰਦਾ ਹੈ, ਚੰਗੇ ਗੁਣਾਂ ਦੀ ਮਿਹਨਤ ਕਰਦਾ ਹੈ। ਧਿਆਨ ਕੀ ਕਰੇ ਵਿਭੂਤ, ਹਮੇਸ਼ਾ ਵਿਕਾਰਾਂ ਦੇ ਨਾਲ ਮੇਰੀ ਕਿਸ ਤਰ੍ਹਾਂ ਆਤਮਕ ਮੌਤ ਹੁੰਦੀ ਹੈ, ਇਸ ਦੀ ਵਿਭੂਤੀ ਸਾਰੇ ਸਰੀਰ 'ਤੇ ਲਾਈ ਰੱਖਦਾ। ਇੱਕ ਬਾਹਰਲੀ ਰਾਖ ਐਸ਼ ਨੂੰ ਲਾਉਣਾ ਬੜਾ ਆਸਾਨ ਹੈ, ਪਰ ਹਮੇਸ਼ਾ ਇਹ ਵਾਲੀ ਵਿਭੂਤੀ ਲਾਈ ਰੱਖਣੀ ਕਿ ਮੈਂ ਵਿਕਾਰਾਂ ਤੋਂ ਕਿਸੇ ਪਲ ਵੀ ਆਤਮਕ ਮੌਤ ਹੋ ਸਕਦੀ ਹੈ। ਸੁਚੇਤ ਐਲਰਟ ਰਹਿਣਾ। ਇਸ ਗ੍ਰਹਿ में कोई जागत रहे, साबत वस्तु अपनी लह वो वस्त हमेशा कोल रखनी। इस तरह खिंथा काल, वो खिंथा एक ओढ़ते सन, गोदड़ी ओढ़ते सन कि मीन्स कि मैं किसी वेले भी क्या जाना कि मरेंगे कैसो मरना होए, जेकर साहे मनो ना विसरे तां सहला मरना होए। इस करके विकारां तो जिहड़ा मेरा काल आंदा है ਉਸ ਤੋਂ ਬਚ ਕੇ ਰਹਿਣਾ, ਉਹਨੂੰ ਕਹਿੰਦੇ ਨੇ ਵਿਕਾਰਾਂ ਤੋਂ ਬਚ ਕੇ ਰਹਿਣ ਵਾਲੀ ਮਤ ਪ੍ਰਾਪਤ ਜਦੋਂ ਮਨ ਕਰ ਲੈਂਦਾ ਨਾ, ਤਾਂ ਮਨ ਦੀ ਉਸ ਕਾਇਆ ਨੂੰ ਕੁਆਰੀ ਕਾਇਆ ਜੁਗਤ ਕਹਿੰਦੇ ਨੇ। ਜੇ ਮੈਂ ਹਰ ਵੇਲੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਨਿੰਦਾ, ਚੁਗਲੀ, ਦ્વੈਸ਼, ਹੇਟਰੇਡ, ਨਫ਼ਰਤ, ਇਹਨਾਂ ਸਾਰੀਆਂ ਗੱਲਾਂ 'ਤੇ ਪਹਿਰਾ ਦਿਆਂ ਨਾ, ਤਾਂ ਮੇਰੀ ਕਾਇਆ ਕੁਆਰੀ ਹੈ। ਸਰੀਰਕ ਤੌਰ 'ਤੇ ਕੋਈ ਇਨਸਾਨ ਵਿਆਹਿਆ ਜਾ ਸਕਦਾ ਹੈ, ਸਰੀਰਕ ਤੌਰ 'ਤੇ ਤਾਂ ਅਸੀਂ ਟੱਬਰ ਬਣਾਉਂਦੇ ਹਾਂ, ਸਰੀਰਕ ਤੌਰ 'ਤੇ ਤਾਂ ਸਾਡੇ ਘਰ ਬੱਚੇ ਵੀ ਹੋ ਜਾਂਦੇ ਨੇ। ਉਸ ਕਾਇਆ ਦੇ ਕੁਆਰੇ ਹੋਣ ਦੀ ਗੱਲ ਨਹੀਂ ਚੱਲ ਰਹੀ। ਮਰਦੇ ਦਮ ਤੱਕ ਸਾਡੇ ਦੋਤਰੇ ਪੋਤਰੇ ਧੀਆਂ ਪੁੱਤਰ ਕਿਤਨੇ ਮਰਜ਼ੀ ਹੋ ਜਾਣ, ਲੇਕਿਨ ਮੇਰੀ ਆਤਮਾ, ਮੇਰਾ ਮਨ ਵਿਕਾਰਾਂ ਤੋਂ ਬਚ ਕੇ ਰਹੇ, ਨਫ਼ਰਤ ਨਾ ਕਰੇ, ਹੇਟਰੇਡ ਨਾ ਕਰੇ, ਤੇਰ ਮੇਰ ਦੀ ਲੁਕ ਨਾ ਰੱਖੇ, ਸਾਰੇ ਆਪਣੇ ਲਗਨ। ਇਸ ਨੂੰ ਕਹਿੰਦੇ ਨੇ ਕੁਆਰੀ ਕਾਇਆ ਜੁਗਤ। ਡੰਡਾ ਪ੍ਰਤੀਤ, ਉਹ ਹਮੇਸ਼ਾ ਸੱਚ 'ਤੇ ਵਿਸ਼ਵਾਸ ਰੱਖਦਾ ਹੈ, ਇਹ ਉਸ ਦਾ ਡੰਡਾ ਹੈ।
ਸੋ ਜੋਗੀ ਡੰਡਾ ਰੱਖਦੇ ਸਨ, ਖਿੰਥਾ ਓੜਦੇ ਸਨ ਔਰ ਵਿਭੂਤੀ ਲਾਉਂਦੇ ਸਨ, ਝੋਲੀ ਰੱਖਦੇ ਸਨ ਅਤੇ ਕੰਨਾਂ 'ਚ ਮੁੰਦਰਾ ਪਾਉਂਦੇ ਸਨ। ਗੁਰੂ ਪਾਤਸ਼ਾਹ ਕਹਿੰਦੇ ਨੇ ਮੈਂ ਸੱਚ 'ਤੇ ਪ੍ਰਤੀਤੀ ਰੱਖਦਾ, ਪੱਕਾ ਵਿਸ਼ਵਾਸ ਰੱਖਦਾ ਹਾਂ, ਅੰਧ ਵਿਸ਼ਵਾਸ 'ਤੇ ਬਿਲਕੁਲ ਵਿਸ਼ਵਾਸ ਨਹੀਂ ਰੱਖਦਾ। ਐਵੇਂ ਦ੍ਰਿੜਤਾ ਡੰਡਾ ਪ੍ਰਤੀਤ। ਦੁਨਿਆਵੀ ਸੋਕਾਡ ਕਰਾਮਾਤਾਂ 'ਤੇ ਬਿਲੀਵ ਕਰ ਲੈਣਾ, ਜਾਦੂ ਟੂਣਿਆਂ 'ਤੇ ਬਿਲੀਵ ਕਰ ਲੈਣਾ, ਰਿੱਧੀਆਂ ਸਿੱਧੀਆਂ ਸੋਕਾਡ 'ਤੇ ਬਿਲੀਵ ਕਰ ਲੈਣਾ ਔਰ ਧਾਗੇ ਤਵੀਤਾਂ 'ਤੇ ਬਿਲੀਵ ਕਰਨਾ ਡੰਡਾ ਪ੍ਰਤੀਤੀ ਨਹੀਂ ਹੈ, ਦ੍ਰਿੜਤਾ ਨਹੀਂ ਹੈ। ਇਹ ਕਰਦੇ ਨੇ ਲੋਕੀ ਵਿਸ਼ਵਾਸ। ਔਰ ਜਿਹੜੇ ਲੋਕੀ ਵਿਸ਼ਵਾਸ ਕਰਦੇ ਨੇ, ਕਬੀਰ ਸਾਹਿਬ ਕਹਿੰਦੇ ਨੇ ਮੈਨੂੰ ਅਬ ਤੁਮਰੀ ਪ੍ਰਤੀਤ ਨਾ ਹੋਈ। ਕਬੀਰ ਸਾਹਿਬ ਕਹਿੰਦੇ ਨੇ ਮੈਨੂੰ ਤੁਹਾਡੇ ਇਹ ਦੁਨੀਆ ਦੇ ਲੋਕੋ, ਕਹਿਤ ਕਬੀਰ ਸੁਨੋ ਰੇ ਲੋਈ, ਇਹ ਦੁਨੀਆ ਦੇ ਲੋਕੋ ਸੁਣ ਲਓ ਔਰ ਇਹ ਮੇਰੀ ਮੱਤ ਤੂੰ ਵੀ ਸੁਣ ਲੈ ਕਿ ਇਹ ਦੁਨਿਆਵੀ ਗੱਲਾਂ 'ਤੇ ਕੋਈ ਪ੍ਰਤੀਤੀ ਵਿਸ਼ਵਾਸ, ਅੰਧ ਵਿਸ਼ਵਾਸ ਨਹੀਂ ਕਰਨਾ, ਜਗਤ ਕੀ ਭੇਡਾ ਚਾਲ 'ਤੇ ਵਿਸ਼ਵਾਸ ਨਹੀਂ। ਦ੍ਰਿੜਤਾ ਸੱਚ 'ਤੇ ਡੰਡਾ ਪ੍ਰਤੀਤ। ਆਈ ਪੰਥੀ ਸਗਲ ਜਮਾਤੀ। ਗੁਰਮਤ ਆਈ ਪੰਥੀ ਕਿਸ ਨੂੰ ਕਹਿੰਦੀ ਹੈ? ਸਾਰੇ ਇੱਕ ਬਰਾਬਰ, ਕੋਈ ਵੱਖਰੇ ਵੱਖਰੇ ਸਟੇਟਸ ਦੇ ਨਹੀਂ। ਸਾਡੇ ਵਿੱਚ ਵੀ ਚੱਲ ਪਿਆ ਹੈ ਵੱਖਰੇ ਵੱਖਰੇ ਸਟੇਟਸ। ਉਹ ਜੀ ਇਹ ਨਾਮ ਜਪਦੇ ਨੇ, ਇਹਨਾਂ ਦਾ ਦਸਮ ਦੁਆਰ ਖੁੱਲ੍ਹਣ ਵਾਲਾ ਹੈ। ਇਹ ਨਾਮ ਜਪਦੇ ਨੇ, ਇਹਨਾਂ ਦਾ ਦਸਮ ਦੁਆਰ ਖੁੱਲ੍ਹ ਚੁੱਕਾ ਹੋਇਆ ਹੈ। ਇਹ ਨਾਮ ਜਪਦੇ ਨੇ, ਇਹਨਾਂ ਨੂੰ ਅਨਹਦ ਨਾਦ ਸੁਣਾਈ ਦਿੰਦਾ ਹੈ। ਇਸ ਤਰੀਕੇ ਦੇ ਵੱਖਰੇ ਵੱਖਰੇ ਸਟੇਟਸ ਬਣਾਏ ਹੋਏ ਨੇ। ਮੇਰਾ ਐਸੇ ਲੋਕਾਂ ਨਾਲ ਵਾਹ ਪੈਂਦਾ ਹੈ, ਕਿਉਂਕਿ ਮੈਨੂੰ ਵੀ ਕਿਸੇ ਨੇ ਪੁੱਛਿਆ ਵੀਰ ਜੀ ਤੁਹਾਡਾ ਦਸਮ ਦੁਆਰ ਖੁੱਲ੍ਹਿਆ ਹੋਇਆ ਹੈ। ਕਿਸੇ ਨੇ ਮੈਨੂੰ ਪੁੱਛਿਆ ਤੁਹਾਨੂੰ ਅਨਹਦ ਨਾਦ ਸੁਣਾਈ ਦਿੰਦਾ ਹੈ? ਇਹ ਗੁਰਮਤ ਨਹੀਂ ਹੈ। ਹਮੇਸ਼ਾ ਇੱਕ ਸਾਰਤਾ, ਕੋਈ ਉੱਚਾ ਨੀਵਾਂ ਨਹੀਂ, ਨਾ ਕੋ ਮੂਰਖ ਨਾ ਕੋ ਸਿਆਣਾ, ਸਮਝਣਾ, ਕੋਈ ਨਫ਼ਰਤ ਨਾ ਕਰਨਾ, ਕੋਈ ਤੇਰ ਮੇਰ, ਕੋਈ ਹਿੰਦੂ ਮੁਸਲਮਾਨ ਸਿੱਖ ਈਸਾਈ, ਕੋਈ ਕਮਿਊਨਲ ਹੇਟਰੇਡ, ਇਸ ਕਿਸਮ ਦੇ ਕੁਛ ਵੀ ਵਿਤਕਰੇ ਨਾ ਰੱਖਣਾ, ਕੋਈ ਤੇਰਾ ਮੇਰਾ ਬਲੱਡ ਰਿਲੇਸ਼ਨ ਦਾ ਜਾਂ ਪਰਾਇਆ, ਇਹ ਵਿਤਕਰੇ ਨਾ ਰੱਖਣਾ। ਗੁਰਮਤਿ ਇਸ ਨੂੰ ਆਈ ਪੰਥੀ ਸਗਲ ਜਮਾਤੀ। ਮਨ ਜੀਤ ਹੈ ਜਗ ਜੀਤ। ਆਪਣੇ ਵਿਕਾਰਾਂ ਨੂੰ ਕਾਬੂ ਕਰਕੇ ਆਪਣੇ ਸਾਰੇ ਸਰੀਰ ਨੂੰ ਕਾਬੂ ਰੱਖਦਾ ਹੈ। ਇਸ ਵਿਚਾਰ ਨੂੰ, ਇਸ ਸੋਚ ਨੂੰ ਗੁਰੂ ਪਾਤਸ਼ਾਹ ਕਹਿੰਦੇ ਨੇ ਆਦੇਸ਼ ਤਿਸੇ ਆਦੇਸ਼। ਮੈਂ ਸਮਰਪਿਤ ਹਾਂ, ਮੈਂ ਸਿਰ ਝੁਕਾ ਕੇ ਮੰਨਦਾ ਹਾਂ। ਮੱਥਾ ਟੇਕਣ ਦਾ ਭਾਵ, ਬਾਹਰੋਂ ਸਿਰਫ ਮੱਥਾ ਟੇਕਾਂਗੇ ਨਾ, ਉਹਨੂੰ ਗੁਰੂ ਪਾਤਸ਼ਾਹ ਕਹਿੰਦੇ ਨੇ ਸੀਸ ਨਿਵਾਏ ਕਿਆ ਥੀਐ, ਸੀਸ ਨਿਵਾਏ ਕਿਆ ਥੀਐ, ਜਾਂ ਹਿਰਦੈ ਕੁਸ਼ੁੱਧੇ ਜਾਏ, ਜਾਂ ਹਿਰਦੈ ਕੁਸ਼ੁੱਧੇ ਜਾਏ। ਤੇਰਾ ਬ੍ਰਿਦਾ ਕੁਸ਼ੁੱਧ ਹੈ, ਮਨ ਮੈਲਾ ਹੈ, ਬਾਹਰੋਂ ਬਾਹਰੋਂ ਮੱਥਾ ਟੇਕਣ ਦਾ ਫਾਇਦਾ ਨਹੀਂ ਹੈ। ਰੀਅਲ ਸੈਂਸ ਵਿੱਚ ਤੂੰ ਆਦੇਸ਼ ਕਰ ਦੇ, ਸਮਰਪਿਤ ਹੋ ਜਾ। ਹੁਣ ਉਹਨਾਂ ਜੋਗੀਆਂ ਦੀ ਬੋਲੀ ਦੀ ਅਗਲੀ ਪੌੜੀ ਗੁਰੂ ਪਾਤਸ਼ਾਹ ਸਾਨੂੰ ਸਮਝਾਉਣ ਲੱਗੇ ਨੇ ਕਿ ਜਦੋਂ ਸਮਰਪਿਤ ਹੁੰਦਾ ਔਰ ਜੁਗ ਜੁਗ ਦਾ ਵੇਸ ਧਾਰਨ ਕਰਦਾ ਹੈ, ਅੱਜ ਸ਼ਿੰਗਾਰ ਸਿਖਾਇਆ, ਹੁਣ ਉਸ ਨੂੰ ਇੱਕ ਭੋਜਨ ਖਵਾਉਣ ਲੱਗੇ ਨੇ ਜੋਗੀਆਂ ਦੀ ਬੋਲੀ ਵਰਤ ਕੇ। ਆਦੇਸ਼ ਤਿਸੈ ਆਦੇਸ਼, ਆਦੇਸ਼ ਤਿਸੈ ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਜੁਗ ਜੁਗ ਏਕੋ ਵੇਸ। ਆਦੇਸ਼ ਤਿਸੈ ਆਦੇਸ਼, ਆਦੇਸ਼ ਤਿਸੈ ਭੁਗਤ ਗਿਆਨ ਦਇਆ ਭੰਡਾਰਣ, ਭੁਗਤ ਗਿਆਨ ਦਇਆ ਭੰਡਾਰਣ, ਕਟ ਕਟ ਵਾਜੈ ਨਾਦ, ਆਪ ਨਾਥ ਨਾਥੀ ਸਭ ਜਾਂ ਕੀ, ਰਿਦ ਸਿਧ ਅਵਰਾ ਸਾਰ। ਆਪ ਨਾਥ ਨਾਥੀ ਸਭ ਜਾਂ ਕੀ, ਰਿਦ ਸਿਧ ਅਵਰਾ ਸਾਰ।
संजोग विजोग दोए कार चलावे, लेखे आवे पाग। संजोग विजोग दोए कार चलावे, लेखे आवे पाग। आदेश तिसै आदेश, आदेश तिसै आदेश। साध अनील अनाद, जुग जुग एको बेस। आदेश तिसै आदेश। ਚਾਰੋਂ ਪੌੜੀਆਂ ਦਾ ਇਹ ਰਹਾਉ ਹੈ। ਮੈਂ ਸਮਰਪਿਤ ਹਾਂ ਉਸ ਵੇਸ ਨੂੰ ਦੇਣ ਵਾਲੀ ਸੋਰਸ, ਜਿਸ ਵੇਸ ਨੇ ਮੇਰੀ ਦ੍ਰੋਪਦੀ ਨੂੰ ਦੁਰਯੋਧਨ ਦੀ ਸਭਾ ਅੰਦਰ ਲੁੱਟਣ ਨਹੀਂ ਦਿੱਤਾ ਕਦੀ ਵੀ। ਭਾਵ ਸਤਿਗੁਰ ਦੀ ਮੱਤ, ਭਾਵ ਸਤਿਗੁਰ ਦੀ ਮੱਤ ਸਾਡਾ ਹਮੇਸ਼ਾ ਸਾਨੂੰ ਉਹ ਚੋਲਾ ਪ੍ਰਦਾਨ ਕਰਦੀ ਹੈ। ਨਿਰੰਤਰ ਉਹ ਵਾਲੇ ਥਾਟ ਪ੍ਰੋਸੈਸ ਦਾ ਚੋਲਾ ਕੱਪੜਾ, ਆਪਣੇ ਨਦਰ ਕਰਮ ਦਾ ਕਰਮੀ ਆਵੇ ਕੱਪੜਾ ਦਾ ਚੋਲਾ, ਰੋਬ ਆਫ ਆਨਰ ਦਾ ਚੋਲਾ ਪਵਾ ਦਿੰਦੇ ਨੇ ਸਤਿਗੁਰੂ ਜੀ। ਉਸ ਨੂੰ ਸਦਾ ਆਦੇਸ਼ ਹੈ। ਔਰ ਇਸ ਨੂੰ ਗੁਰੂ ਪਾਤਸ਼ਾਹ ਅੱਗੇ ਲੈ ਕੇ ਚੱਲਦੇ ਨੇ। ਸਿੱਧ ਜੋਗੀ ਕੀ ਕਰਦੇ ਸਨ? ਸਿੱਧ ਜੋਗੀ ਨਾ ਇੱਕ ਚੂਰਮਾ ਬਣਾ ਕੇ ਔਰ ਇੱਕ ਖਾਸ ਕਿਸਮ ਦਾ ਭੋਜਨ ਬਣਾ ਕੇ ਵੰਡਦੇ ਸਨ। ਉਹਨੂੰ ਭੁਗਤ ਕਹਿੰਦੇ ਸਨ। ਅਤੇ ਉਸ ਨੂੰ ਵਰਤਾਉਣ ਵਾਲਾ ਇੱਕ ਸਟੋਰੇਜ ਹੁੰਦੀ ਸੀ, ਔਰ ਸਟੋਰੇਜ ਦਾ ਇੱਕ ਸਟੋਰ ਕੀਪਰ ਹੁੰਦਾ ਸੀ। ਉਹਨੂੰ ਭੰਡਾਰਨ ਕਹਿੰਦੇ ਨੇ। ਔਰ ਉਹਨਾਂ ਕੋਲ ਇੱਕ ਮਿਊਜ਼ਿਕ ਵਜਾਉਣ ਵਾਲੀ ਇੱਕ ਸਾਜ਼ ਹੁੰਦਾ ਸੀ, ਜਿਸ ਦੇ ਨਾਲ ਉਹ ਨਾਦ ਵਜਾਉਂਦੇ ਸਨ। ਉਹਨੂੰ ਨਾਦੀ ਵੀ ਕਹਿੰਦੇ ਨੇ। ਉਹ ਵਜਾਉਂਦੇ ਸਨ। ਉਹ ਵਜਾਉਣ ਦਾ ਮਤਲਬ ਕੀ ਹੁੰਦਾ ਸੀ? ਖਾਣੇ ਕਾ ਟਾਈਮ ਹੋ ਗਿਆ ਹੈ। ਅਤੇ ਸਮਝਦੇ ਸਨ ਕਿ ਸਾਡੇ ਸਾਰਿਆਂ ਵਿਚਕਾਰ ਜਿਹੜਾ ਸਭ ਤੋਂ ਜ਼ਿਆਦਾ ਸੁਪੀਰੀਅਰ ਹੈ, ਉਹ ਸਾਰਿਆਂ ਦਾ ਨਾਥ ਹੈ ਜੋਗੀ, ਔਰ ਉਹ ਸਾਰਿਆਂ ਨੂੰ ਹੀ ਸਿੱਧੇ ਰਾਹ ਪਾ ਸਕਦਾ ਹੈ। ਇਸ ਤਰੀਕੇ ਨਾਲ ਉਹ ਸਰੀਰਕ ਇੱਕ ਦੇਹਧਾਰੀ ਗੁਰੂ ਆਪਣਾ ਧਾਰਨ ਰੱਖਦੇ ਸਨ, ਜਿਹੜਾ ਸਾਰਿਆਂ ਦਾ ਚੌਧਰੀ ਬਣ ਕੇ ਰਹਿੰਦਾ ਸੀ। ਇਹ ਸਾਰੀਆਂ ਟਰਮਸ ਉਹਨਾਂ ਦੀਆਂ। ਹੁਣ ਗੁਰੂ ਪਾਤਸ਼ਾਹ ਕੀ ਕਹਿੰਦੇ ਨੇ? ਗੁਰੂ ਪਾਤਸ਼ਾਹ ਕਹਿੰਦੇ ਨੇ, ਤੂੰ ਸੱਚ ਦੇ ਗਿਆਨ ਦੀ ਭੁਗਤ ਖਾਇਆ ਕਰ। ਭੁਗਤ ਗਿਆਨ, ਜਿਵੇਂ ਮੁੰਦਾ ਸੰਤੋਖ ਦੀਆਂ ਪਾਣੀਆਂ ਸੀ, ਇਸ ਤਰ੍ਹਾਂ ਗਿਆਨ ਕਿਹੜਾ ਲੈਂਦੇ ਹਾਂ ਅਸੀਂ? ਗੁਰਮਤਿ 'ਚ ਕਿਹੜਾ ਗਿਆਨ ਹੈ? ਅਸੀਂ ਬਾਰ-ਬਾਰ ਇਸ ਨੂੰ ਰਿਪੀਟ ਕਰਦੇ ਹਾਂ। ਅਸੀਂ ਬਾਰ-ਬਾਰ ਇਹ ਗੱਲ ਸਿੱਖਦੇ ਹਾਂ। ਦੁਨੀਆ ਗਿਆਨ ਸਮਝਦੀ ਹੈ ਚਾਂਦ ਤਾਰੇ ਕੀ पढ़ाई कर लेना। दुनिया ज्ञान समझती है रिद्धियाँ सिद्धियाँ कैसे प्राप्त की जाती हैं। दुनिया ज्ञान समझती है कि हाथ दियाँ लकीरां किवें पढ़ीदा है। दुनिया ज्ञान समझती है कि जब 14 रतन निकले थे तो कौन कौन से निकले थे, उनके नाम क्या हैं। दुनिया ज्ञान समझती है कि धरती कदों बनी सी। दुनिया ज्ञान समझती है कि किवें मरण तो बाद स्वर्ग और नरक होंदा है। दुनिया ज्ञान बड़े किस्मां दा ज्ञान समझती है। गुरमत दा ज्ञान, गुरु पातशाह कहते ने गुरमत दा ज्ञान पता की है? ਉਹ ਵਾਲੀ ਮੱਤ ਜਿਹਦੇ ਨਾਲ ਇਹ ਸਮਝ ਆਏ ਮੇਰੇ ਅਵਗੁਣ ਕਿਹੜੇ ਕਿਹੜੇ ਹਨ। ਗੁਰਮਤਿ ਇਸ ਨੂੰ ਗਿਆਨ ਕਹਿੰਦੀ ਹੈ। ਅਤੇ ਇਸ ਗਿਆਨ ਦੇ ਵਿੱਚ ਹੀ ਨਾਲ ਲਿਪਟਿਆ ਹੋਇਆ ਇੱਕ ਮੱਤ ਹੁੰਦੀ ਹੈ ਕਿ ਮੈਂ ਅਵਗੁਣਾਂ ਤੋਂ ਛੁੱਟਣਾ ਕਿਵੇਂ ਹੈ। ਅਵਗੁਣਾਂ ਨੂੰ ਪਛਾਣਨਾ ਅਤੇ ਨਿਥਾਰ ਕੇ ਅਵਗੁਣਾਂ ਨੂੰ ਪਰੇ ਕਰਨਾ। ਇਹ ਵਾਲੀ ਮੱਤ ਨੂੰ ਗੁਰਮਤਿ ਕੀ ਕਹਿੰਦੇ ਨੇ? ਵਿਵੇਕ ਬੁੱਧੀ, डिवाइन कॉमन इंटलैक्ट। पाठ पढ़ियो और वेद विचारियो निवल भयंगम साधे, पंच जना से संग न छुटक्यो अधिक अहंग बुद्ध बाधे, प्यारे इन बिद मिलन न जाई। ए बारों बारों जो कुछ तू कर्म कांड करता है, प्यारे इन बिद मिलन न जाई। मैं किए कर्म अनेका, हार परियो स्वामी के द्वारा दीजै बुद्ध विवेका। मनु विवेक बुद्धि दियो, डिवाइन कॉमन इंटलैक्ट दियो, जिदे नाल मैं अवगुणा नूं पछाण सकां और अवगुणा तो छुट सका।
ਸਰ ਅਪਸਰ ਦੀ ਸਾਰ ਸਮਝਣਾ, ਚੰਗੇ ਮੰਦੇ ਦਾ ਫਰਕ ਸਮਝਣਾ ਔਰ ਮੰਦੇ ਦੇ ਨਾਲ ਨਾ ਜੁੜਨਾ ਔਰ ਚੰਗੇ ਗੁਣਾਂ ਦੇ ਨਾਲ ਜੁੜਨਾ, ਇਸ ਨੂੰ ਵਿਵੇਕ ਬੁੱਧੀ ਕਹਿੰਦੇ ਨੇ। ਜਿੱਥੋਂ ਜਿੱਥੋਂ ਚੰਗੇ ਚੰਗੇ ਗੁਣ ਮਿਲਣ ਉਹਨਾਂ ਨੂੰ ਪਛਾਣਨਾ। संतो माखन खाया छाछ पिए संसार, मक्खन लभना गुणा को होवे वासला कट वास लीजे, ये गुण होवन साझ ना मिल सांझ करी जाए गुणा केरी। जे मेरे को विवेक बुद्धि होएगी तो मैं गुणा नूं पछाणांगा ते गुणा दी सांझ करांगा ना। तो जिहड़ा विरला बनना चाहता उन्होंने गुण समझाए जा रहे हैं, वो अमूल गुणा का उपार करन टुरिया सी और सोदर दे अंदर पहुँच गया, उस दर दे अंदर पहुँच के गुणा नूं संभालदा है। और इन्हां गुणा नूं संभालन वाले दी ते गल चल रही है, क्योंकि उसी ने तो पुछया सी कुड़ियार तो सचियार किवें बना। उन्होंने कहंदे ने तू भुगत खानी है ना, तू चूरमा जे खाना है ना, तब पता किदा खा, ज्ञान दा, वो विवेक बुद्धि दा, जिदे चंगे मंदे दी पछाण हो सके। सानू ते इन्ना ही नहीं समझ आ रही कि मैं अपना जुडिशियसली अपना समा किस तरह स्पेंड करना है, अपना समा सफल किवें करना है। सुबह होती है, शाम होती है, यूं ही जिंदगी तमाम होती है, सानू पता ही नहीं लगता मैं समा किवें बिता रहा। टीवी ते सीरीयल दिखाने वाले एक तो बाद दूजा, दूजे तो बाद तीजा, तीजे तो बाद चौथा सीरीयल दिखाई जाते हैं। मेरा सीरीयल देख के ही समा लंघ जाता है, मैनू पता ही नहीं लग रहा सवेर शाम बीतती जा रही है, मेरा समा ही लंघी जा रहा। मैं न्यूज़ चैनल ही देखता रह जाता, हाँ मेरा समा ही लंघी जा रहा। मैनू लोगों के विआह के कार्ड आ जाते हैं, मैं उन्होंने 12-12 15-15 सैरेमनीज ही अटेंड करता रह जाता। आई डोंट नो, मेरे को इतनी अक्ल ही नहीं है, मैनू ये ज्ञान का भंडार आ दियो ना। काइंडली गिव मी दिस फूड सो दैट मेरी आत्मा नू ये अक्ल आ सके। भुगत ज्ञान, ये भुगत ज्ञान की इस अवस्था तक पहुँचने वास्ते साध संगत जी असी मुंदा संतोख दे उस शिंगार नूं करन तो बाद अगे टुरे ते भुगत अमृत नाम सच दा ज्ञान सतगुर दी मत लैना भंडारण। सच दे ज्ञान भुगत भोजन नूं वंडण वाली दया दी बिरती। जिस इंसान नूं अपने ते दया आई है ना कि मैं खुआर हो रहा हाँ, मैं अवगुण कर करके दिन रात ज़ाया कर रहा हाँ, मैं अपने आप नाल कुरैलिटी कर रहा हाँ। जो अपने ते दया करदा उन्होंने जी दया कहते हैं, इसको जी दया कहना करते हैं। और जिसदा जी दया नहीं करदा उसदा जी की करदा है, एती मार पई कर लाणे, एती मार पई तै की दर्द नाया, तै की दर्द नाया आया, तै की दर्द नाया। सानू रोज़ रोज़ मंदे मंदे ख्यालों के कारण विकारां की मार पैंदी रहिंदी है। सानू अपने ते तरस ही नहीं आता। जिसनू तरस आ जाए मानो नू दया आपने ते आ गई। मैं हुण होर क्रोध नहीं करना, जिथे जावांगा हर जगह मेरे अगेंस्ट गल्लां होणगियां, मेरे ख्यालों मुताबक सब जगह सब कुछ नहीं होएगा। मैं अपने आप नूं रियून नहीं करना, मैं अपने आप नूं डिस्टर्ब नहीं करना। मन जीता जगजीत की अवस्था मैनूं प्राप्त है। उन्होंने कहते ने अपने ते दया आ गई। ये दया उसने 16वीं पौड़ी में सुनी सी, धौल धर्म दया का पूत। धर्म स्टार्ट्स वैन यू अंडरस्टैंड दया अपने ते करनी आ जाती है, जदों तां धर्म शुरू होता है। और दया भंडारण प्राप्त हो गई। जदों आपने ते दया कीती तां ये सच दे चूरमे नूं वंडण वाली मत प्राप्त होंदी है। और दया भंडारण पार्वती माई है। गुरमुख नाद गुरमुख वेद गुरमुख रियास माई, गुरु ईश्वर गुरु गोरख परमा, गुरु पार्वती माई, वो वाली मत जिहदे नाल विकारां दे समुंदर नूं पार करीदा। पार कराउण वाली सुहागवती वाली मत, पार्वती माई। सच दे ज्ञान भोजन नूं वंडण वाली दया दी बिरती। नाद रोम रोम
'ਚ ਸਤਿਗੁਰ ਦੀ ਮੱਤ ਦਾ ਨਾਦ ਭਾਵ ਵਿਜ਼ਡਮ ਦੇ ਅਨੁਸਾਰ ਟੁਰਨਾ, ਕਿਉਂਕਿ ਗਾਵਾਂ ਦੀ ਪੌੜੀ ਹੋ ਚੁੱਕੀ ਹੈ। ਉਸ ਦਾ ਇੱਕ ਇੱਕ ਇੰਦਰਾ ਗਿਆਨਿੰਦਰਾ, ਇੱਕ ਇੱਕ ਰੋਮ ਥਾਟ ਪ੍ਰੋਸੈਸ ਗਾਵੇਂ ਦੀ ਅਵਸਥਾ ਵਿੱਚ ਹੁੰਦਾ ਹੈ। ਇਸ ਨੂੰ ਨਾਦ ਕਹਿੰਦੇ ਨੇ। ਸੋ ਗੁਰੂ ਪਾਤਸ਼ਾਹ ਕਹਿੰਦੇ ਨੇ ਤੇਰਾ ਇੱਕ ਇੱਕ ਰੋਮ ਇਹ ਨਾਦ ਭਾਵ ਟਿਊਨਡ ਹੋ ਜਾਵੇ, ਰੱਬੀ ਗੁਣਾਂ ਨੂੰ ਗਾਵੇ ਅਤੇ ਦਇਆ ਦੀ ਬਿਰਤੀ ਹੋਵੇ। ਦਇਆ ਦੀ ਬਿਰਤੀ ਦੇ ਨਾਲ ਸੱਚ ਦਾ ਭੋਜਨ, ਸੱਚ ਦੇ ਗਿਆਨ ਦੀ ਭੁਗਤ ਤੂੰ ਖਾਵੇਂ। ਸਤਿਗੁਰ ਦੀ ਮੱਤ ਰਾਹੀਂ ਪ੍ਰਾਪਤ ਤਤ ਗਿਆਨ ਵਿਰਲੇ ਮਨ ਦਾ ਅਸਲੀ ਭੋਜਨ ਭੁਗਤ ਹੁੰਦਾ ਹੈ। ਇਸੇ ਆਤਮਿਕ ਭੋਜਨ ਭੁਗਤ ਨਾਲ ਦਇਆ ਦਾ ਸੁਭਾਅ ਬਣਦਾ ਹੈ। ਜੋ ਇਨਸਾਨ ਆਪਣੇ ਤੇ ਦਇਆ ਨਹੀਂ ਕਰਨਾ ਚਾਹੁੰਦਾ ਨਾ, ਉਹ ਦੂਜਿਆਂ ਤੇ ਦਇਆ ਨਹੀਂ ਕਰੇਗਾ। ਔਰ ਜਿਸ ਨੂੰ ਆਪਣੇ ਤੇ ਦਇਆ ਕਰਨੀ ਆਉਂਦੀ ਹੈ, ਉਸ ਨੂੰ ਦੂਜਿਆਂ ਤੇ ਦਇਆ ਕਰਨੀ ਨਹੀਂ ਪਏਗੀ। ਉਸ ਦਾ ਦਇਆ ਸੁਭਾਅ ਹੀ ਬਣ ਜਾਂਦਾ ਹੈ। ਉਹ ਲਵਿੰਗ ਬੀਇੰਗ ਬਣ ਜਾਂਦਾ ਹੈ, ਕਾਈਂਡ ਹਾਰਟ ਬਣ ਜਾਂਦਾ ਹੈ। ਉਸ ਨੂੰ ਆਪਣੇ ਆਪ ਨੂੰ ਸਪਰੈਸ ਨਹੀਂ ਕਰਨਾ ਪੈਂਦਾ, ਕਿਉਂਕਿ ਉਹ ਕਿਸੇ ਨੂੰ ਹਰਟ ਕਰ ਹੀ ਨਹੀਂ ਸਕਦਾ ਹੈ। ਉਸ ਦਾ ਕੋਮਲ ਚਿੱਤ ਹੋ ਜਾਂਦਾ ਹੈ, ਜਿਸ ਦਾ ਸਦਕਾ ਹਰ ਇੱਕ ਇੰਦਰੇ ਗਿਆਨਿੰਦਰੇ ਅੰਗ ਰੋਮ ਘਟ ਵਿੱਚ ਸਤਿਗੁਰ ਦੀ ਮੱਤ ਦਾ ਨਾਦ ਵੱਜਦਾ ਹੈ, ਕਿਉਂਕਿ ਉਹ ਗਾਵੇਂ ਦੀ ਅਵਸਥਾ ਵਿੱਚ ਹੁੰਦਾ ਹੈ। ਭਾਵ ਜੋ ਪੰਜ ਪ੍ਰਮਾਣ ਵਾਲੀ ਪੌੜੀ 'ਚ ਦਇਆ ਬਾਰੇ ਸਿਖਾਇਆ ਗਿਆ ਸੀ, ਉਹ ਇੱਥੇ ਪ੍ਰੈਕਟੀਕਲ ਉਹ ਵਾਲਾ ਵਿਰਲਾ ਬਣਨ ਵਾਲਾ ਮਨ ਅਚੀਵ ਕਰਦਾ ਹੈ ਅਤੇ ਉਸ ਦੀ ਸੁਰਤ ਮਤ ਬੁੱਧ ਸਾਰੇ ਟਰਾਂਸਮਿਟ ਹੋ ਜਾਂਦੇ ਨੇ। ਉਹ ਦਇਆ ਦਾ ਪੁੰਜ ਬਣ ਜਾਂਦਾ ਹੈ। ਉਹ ਵਾਲਾ ਮਨ ਇਸ ਸਾਰੇ ਸ੍ਰਿਸ਼ਟੀ ਦਾ ਨਾਥ ਬਣ ਜਾਂਦਾ ਹੈ। ਇਹ ਸਾਰੀ ਸ੍ਰਿਸ਼ਟੀ ਦਾ ਨਾਥ ਰੱਬ ਜੀ ਨੇ। ਅੰਦਰ ਵਸਦੇ ਰੱਬ ਜੀ ਦੇ ਕੋਲੋਂ ਮਤ ਲੈ ਕੇ ਉਹ ਇਸ ਦਾ ਨਾਥ ਬਣ ਜਾਂਦਾ। ਆਪ ਨਾਥ, ਇਹ ਆਪ ਦੇ ਪੱਪੇ ਨੂੰ ਸਿਹਾਰੀ ਹੈ। ਅਸੀਂ ਸਾਰਾ ਗੁਰੂ ਗ੍ਰੰਥ ਸਾਹਿਬ ਪੜ੍ਹਨ ਵੇਲੇ ਧਿਆਨ ਰੱਖਣਾ, ਜਦੋਂ ਆਪ ਦੇ ਪੱਪੇ ਨੂੰ ਸਿਹਾਰੀ ਲੱਗੀ ਹੋਵੇ, ਮਨ ਦੇ ਨੰਨੇ ਨੂੰ ਸਿਹਾਰੀ ਲੱਗੇ ਹੋਵੇ ਔਰ ਆਪ ਦੇ ਪੱਪੇ ਨੂੰ ਔਂਕੜ ਲੱਗੀ ਹੋਵੇ, ਇਸ ਤਰੀਕੇ ਨਾਲ ਉੱਥੇ ਅਸੀਂ ਗ੍ਰਾਮਰ ਦਾ ਧਿਆਨ ਰੱਖਣਾ ਹੈ। ਇਹ ਆਪ ਕੌਣ ਹੈ? ਉਹ ਵਾਲਾ ਵਿਰਲਾ ਬਣ ਰਿਹਾ ਮਨ। ਰੱਬ ਜੀ ਬਾਰੇ ਗੱਲ ਨਹੀਂ ਚੱਲ ਰਹੀ। ਰੱਬ ਜੀ ਦੀ ਮੱਤ ਲੈ ਚੁੱਕਾ ਹੋਇਆ, ਉਸ ਖਜ਼ਾਨੇ ਵਿੱਚ ਰਲਿਆ ਹੋਇਆ, ਸੋ ਪਾਤਸ਼ਾਹ ਦਾ ਪਾਤਸ਼ਾਹ, ਉਹ ਸਾਹਿਬ ਮਨ ਚੰਗੇ ਗੁਣ ਜਿਹੜਾ ਸੰਭਾਲ ਰਿਹਾ ਹੈ, ਉਹ ਆਪ ਨਾਥ। ਨਾਥੀ ਸਭ ਜਾਂ ਕੀ, ਨਾਥੀ ਹੁੰਦਾ ਨੱਥ ਕੇ ਰੱਖਣਾ। ਸਿੱਧਾ ਜੋਗੀਆਂ ਵਿੱਚ ਜਿਹੜਾ ਨਾਥ ਹੁੰਦਾ ਸੀ, ਉਹ ਸਾਰਿਆਂ ਨੂੰ ਆਪਣੇ ਥੱਲੇ ਦਬਦਬੇ ਹੇਠਾਂ ਰੱਖਦਾ ਸੀ, ਸਭ ਨੂੰ ਨੱਥ ਕੇ ਰੱਖਦਾ ਸੀ। ਮੈਂ यहाँ का ਪ੍ਰਿੰਸੀਪਲ ਹੂੰ, ਤੁਮ ਸਭ ਮੇਰੇ ਆਰਡਰ ਮੇ ਰਹੋਗੇ। ਇਸ ਤਰ੍ਹਾਂ ਸਾਡੇ ਘਰ ਵਿੱਚ ਪਿਓ ਕਹਿੰਦਾ ਨਾ, ਮੈਂ ਇਸ ਘਰ ਦਾ ਬਾਪ ਹਾਂ, ਤੁਸੀਂ ਸਾਰੇ ਮੇਰੇ ਹੁਕਮ ਹੇਠਾਂ ਰਹੋਗੇ, ਇੰਝ ਕਹਿੰਦਾ ਨਾ। ਔਰ ਜਦੋਂ ਉਸਦਾ ਇਹ ਜ਼ੁਲਮ ਉਹਦੀ ਵੋਟੀ ਸਹਾਰ ਰਹੀ ਹੁੰਦੀ ਹੈ, ਜਿਉਂ ਹੀ ਬਾਪ ਘਰੋਂ ਜਾਂਦਾ ਹੈ ਤਾਂ ਉਹ ਕਹਿੰਦੀ ਹੈ, अब तुम्हारा बाप चला गया, अब मैं तुम्हारी सबकी चौधरी हूँ। ਉਹ ਫਿਰ ਉਹ ਨਾ ਤੇ ਰੋਬ ਚਾੜਨਾ ਸ਼ੁਰੂ ਕਰਦੀ ਹੈ ਨਾ। ਉਹ ਕੀ ਹੁੰਦਾ, ਉਸ ਦੀ ਫਰਸਟ੍ਰੇਸ਼ਨ ਕੱਢ ਰਹੀ ਹੁੰਦੀ ਹੈ। ਪਰ ਇਹ ਮੈਂ ਦੁਨਿਆਵੀ ਐਗਜ਼ਾਮਪਲ ਇਸ ਕਰਕੇ ਦਿੰਦਾ ਕਿ ਅਸੀਂ ਨਾਲ ਨਾਲ ਆਪਣੇ ਜਿਹੜੇ ਸਾਨੂੰ ਬਾਂਦਰ ਚਮੜੇ ਹੋਏ ਨੇ, ਅਸੀਂ ਉਹਨਾਂ ਤੋਂ ਛੁੱਟਣਾ ਹੈ। ਅਸੀਂ ਪ੍ਰੈਕਟੀਕਲ ਸਿੱਖ ਰਹੇ ਹਾਂ ਆਪਣੀ ਜੀਵਨ ਜਾਂਚ। ਆਪ ਨਾਥ ਨਾਥੀ ਸਭ ਜਾਂ ਕੀ, ਇਸ ਦੀ ਨੱਥੀ ਹੋਈ ਮੀਨਸ ਇਸਨੇ ਸਾਰਿਆਂ ਦੀ ਨੱਥ ਆਪਣੇ ਹੱਥ ਪਕੜੀ ਹੋਈ ਹੈ। ਨੱਥ ਜਦੋਂ ਕਿਸੇ ਦੇ ਨੱਕ ਵਿੱਚ ਪਾਓ ਨਾ ਔਰ ਨੱਥ ਨੂੰ ਪਕੜ ਕੇ ਖਿੱਚੋ ਨਾ, ਉਹ ਉੱਥੇ ਹੀ ਜਾਂਦਾ ਹੈ। ਪਕੜ ਕੇ ਖਿੱਚ ਕੇ ਲੈ ਜਾਓ। ਔਰ ਨੱਥ ਪਾਈ ਜਾਂਦੀ ਹੈ ਜਾਨਵਰਾਂ ਨੂੰ, ਉਹਨਾਂ ਦੇ ਨੱਕ ਵਿੱਚ ਨਕੇਲ ਪਾਈ ਜਾਂਦੀ ਹੈ ਔਰ ਰੱਸੀ ਪਾ ਕੇ ਉਹ ਜਿਸ ਪਾਸੇ ਰੱਸੀ ਖਿੱਚੀ ਜਾਂਦੀ ਹੈ, ਤੁਸੀਂ ਸਾਰੇ ਜਾਨਵਰਾਂ ਨੂੰ ਜਿਨ੍ਹਾਂ ਨੂੰ ਨੱਕ ਵਿੱਚ ਰੱਸੀ ਪਾਈ ਹੁੰਦੀ ਦੇਖਿਆ ਹੋਇਆ ਹੈ, ਨੱਥਿਆ ਜਾਂਦਾ ਹੈ। ਸਾਰੇ ਇੰਦਰਾ ਗਿਆਨਿੰਦਰਾ ਰੋਮ ਅੱਖ ਨੱਕ ਕੰਨ ਸਾਰੇ ਨੱਥ ਲੈ ਜਾਂਦੇ ਨੇ ਇਸ ਦੇ ਸੱਚ ਦੀ ਮੱਤ ਦੇ ਨਾਲ, ਕਿਉਂਕਿ ਇਹਨੇ ਭੁਗਤ ਗਿਆਨ ਦੀ ਖਾ ਲਈ ਹੈ। ਗਿਆਨ ਦਾ ਚੂਰਮਾ ਸੰਤੋਖ ਦਾ ਭੋਜਨ ਖਾ ਲਿਆ ਹੈ, ਸੰਤੋਖ ਦੀਆਂ ਮੁੰਦਰਾਂ ਪਾਈਆਂ ਹੋਈਆਂ। ਔਰ ਇਸ ਨੂੰ ਅਸੀਂ ਤੂੰ ਠਾਕੁਰ ਤੁਮ ਪੈ ਅਰਦਾਸ ਵਿੱਚ ਪੜ੍ਹਦੇ ਹਾਂ, ਤੂੰ ਠਾਕੁਰ ਤੁਮ ਪੈ ਅਰਦਾਸ ਜਿਉ ਪਿੰਡ ਸਭ ਤੇਰੀ ਰਾਸ, ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੁਖ ਹਨੇਰੇ, ਕੋਈ ਨਾ ਜਾਣੈ ਤੁਮਰਾਂਤ ਊਂਚੇ ਤੇ ਊਂਚਾ ਭਗਵੰਤ। ਹੁਣ ਅੱਗੇ ਕੀ ਕਹਿੰਦੇ ਨੇ, ਸਗਲ ਸਮਿਗਰੀ ਤੁਮਰੇ ਸੂਤਰ ਧਾਰੀ, ਸਾਰੀ ਮੇਰੀ ਸਮਿਗਰੀ ਵਿੱਚ ਤੁਸੀਂ ਸੂਤਰ ਪਾਇਆ ਹੋਇਆ ਹੈ।
ਜਿਸ ਤਰ੍ਹਾਂ ਸਾਰੇ ਮਣਕਿਆਂ ਦੇ ਵਿਚਕਾਰ ਇੱਕ ਧਾਗਾ ਪਾ ਦਿਓ ਤਾਂ ਸਾਰੇ ਪਰੋਏ ਜਾਂਦੇ ਨੇ, ਉਹ ਵਿਚਕਾਰੋਂ ਸੂਤਰ ਪਾਇਆ ਜਾਂਦਾ। ਇਸ ਦਾ ਇੱਕ ਇੱਕ ਰੋਮ ਰੋਮ ਇੰਦਰੇ ਗਿਆਨ ਇੰਦਰੇ ਨੂੰ ਇਸ ਨੇ ਨੱਥ ਲਿਆ, ਕਿਉਂਕਿ ਸਾਰੇ ਰੱਬੀ ਨਿਯਮ ਰਜ਼ਾ ਵਿੱਚ ਚੱਲਣ ਲੱਗ ਪੈਂਦੇ ਹਨ। ਆਪ ਨਾਥ ਨਾਥੀ ਸਭ ਜਾਂਕੀ ਰਿੱਧ ਸਿੱਧ ਅਵਰਾਂ ਸਾਧ। ਇਹ ਬਾਹਰਲੀਆਂ ਰਿੱਧੀਆਂ ਸਿੱਧੀਆਂ ਤੇ ਵਿਕਾਰਾਂ ਦਾ ਸਵਾਦ ਹੈ, ਅਵਰਾਂ ਦਾ ਸਾਧ ਹੈ, ਜਮਾ ਦਾ ਸਾਧ ਹੈ। ਜਿਸ ਨੂੰ ਇਹ ਗੱਲ ਸਮਝ ਆ ਜਾਂਦੀ ਹੈ ਉਹ ਬਾਹਰਲੀ ਰਿੱਧੀਆਂ ਸਿੱਧੀਆਂ ਤੋਂ ਛੁੱਟ ਜਾਂਦਾ ਹੈ। ਨਾਥ ਭਾਵ ਰੱਬ ਜੀ ਅਤੇ ਰੱਬ ਜੀ ਦੀ ਮੱਤ ਲੈ ਚੁੱਕਾ ਵਿਰਲਾ ਮਨ। ਨਾਥੀ ਨੱਥ ਕੇ ਰੱਖਣ ਦੀ ਸਫਲਤਾ ਪ੍ਰਾਪਤ ਕਰਨਾ ਕਿ ਮੈਂ ਆਪਣੇ ਅੰਗਾਂ ਨੂੰ ਕਾਬੂ ਰੱਖ ਸਕਦਾ ਹਾਂ, ਇਸ ਨੂੰ ਗੁਰਮਤਿ 'ਚ ਰਿੱਧੀ ਕਹਿੰਦੇ ਨੇ। ਆਪਣੇ 9 ਖੰਡਾਂ ਨੂੰ ਕਾਬੂ ਰੱਖਣਾ ਸਿੱਧੀ ਕਹਿਲਾਂਦਾ ਹੈ ਗੁਰਮਤਿ 'ਚ। ਪਰ 9 ਖੰਡ ਮੀਨਸ ਇਹ 9 ਦਰਵਾਜ਼ੇ ਅਤੇ ਆਪਣੀ ਕਾਮਯਾਬੀ ਪ੍ਰਾਪਤ ਕਰਨ ਵਾਸਤੇ ਜਿਹੜੀ ਮੱਤ ਚਾਹੀਦੀ ਹੈ, ਇਸ ਨੂੰ ਗੁਰਮਤਿ ਦੀ ਰਿੱਧੀ ਸਿੱਧੀ ਕਹਿੰਦੇ ਨੇ। ਸੋ ਅਗੇਨ ਗੁਰਮਤਿ ਦੀ ਰਿੱਧੀ ਹੈ, ਮੈਂ ਉਹ ਵਾਲੀ ਮੱਤ ਪ੍ਰਾਪਤ ਕੀਤੀ ਜਿਹਦੇ ਉੱਤੇ ਮੈਨੂੰ ਪੱਕੀ ਪ੍ਰਤੀਤੀ ਵਿਸ਼ਵਾਸ ਹੈ ਕਿ ਮੈਂ ਆਪਣੇ ਆਪ ਨੂੰ ਕਾਬੂ ਕਰ ਸਕਾਂਗਾ। ਇਹ ਵਾਲੀ ਮੱਤ ਸਤਿਗੁਰ ਜੀ ਕੋਲ ਲੈਣੀ ਔਰ ਲੈ ਕੇ ਆਪਣੇ ਇੰਦਰੀ ਗਿਆਨ ਇੰਦਰੀਆਂ ਨੂੰ ਕਾਬੂ ਰੱਖਣਾ, ਇਸ ਨੂੰ ਸਿੱਧੀ ਕਹਿੰਦੇ ਨੇ। ਗੁਰਮਤਿ ਦੀ ਰਿੱਧੀ ਸਿੱਧੀ ਸਤਿਗੁਰ ਦੀ ਮੱਤ ਲੈ ਕੇ ਉਹਦੇ 'ਤੇ ਦ੍ਰਿੜ ਵਿਸ਼ਵਾਸ ਰੱਖ ਕੇ ਸਫਲਤਾ ਦੀ ਮੱਤ ਦੇ ਨਾਲ ਆਪਣੇ ਸਫਲ ਹੋ ਜਾਣਾ, ਆਪਣੇ ਆਪ ਨੂੰ ਕਾਬੂ ਰੱਖਣਾ, ਇਹ ਪ੍ਰਾਪਤ ਮਤ ਕਰਨਾ। ਵਿਰਲਾ ਮਨ ਮਹਿਸੂਸ ਕਰਦਾ ਕਿ ਸਾਰੀ ਮੇਰੀ ਰਚੀ ਨਵੀਂ ਸ੍ਰਿਸ਼ਟੀ ਰਚਨਾ ਨਿਜ ਕਰਦੇ ਰੱਬ ਵਿੱਚ ਨਾਥ ਹਨ। ਵਿਰਲਾ ਮਨ ਸਤਿਗੁਰ ਦੀ ਮੱਤ ਲੈ ਕੇ ਸਾਰੇ ਖਿਆਲ, ਸਾਰੇ ਸੁਭਾਅ, ਅੰਗ ਅੰਗ ਰੋਮ ਰੋਮ ਨੂੰ ਕਾਬੂ ਰੱਖ ਕੇ ਨੱਥ ਕੇ ਰੱਖਦਾ, ਇਸ ਦਾ ਨਾਥ ਬਣ ਜਾਂਦਾ ਹੈ। ਤਨ ਮਨ ਨੂੰ ਕਾਬੂ ਕਰ ਸਕਣਾ ਵਿਰਲੇ ਮਨ ਦੀ ਰਿੱਧੀ ਸਿੱਧੀ ਦੀ ਪ੍ਰਾਪਤੀ ਹੈ। ਗੁਰਮਤ ਰਿੱਧੀ ਸਿੱਧੀ ਇਸ ਨੂੰ ਕਹਿੰਦੀ ਹੈ। ਲੋਕੀ ਰਿੱਧੀ ਸਿੱਧੀ ਸਮਝਦੇ ਨੇ, ਇਸਨੇ हाथ ऐसे किया सोने का छब्बा निकल आया, हाथ ऐसे किया राख निकल आई, हाथ ये देखो जी आग के ऊपर चलने लगा, वो जो वो पानी के ऊपर चलता है, वो देखो जी एक टांग पे खड़ा हो जाता है, वो देखो जी 6 महीने खाता नहीं है, वो देखो जी सोता नहीं है, जागता ही रहता है। लोकी इन्हां गल्लां नूं रिद्धियां सिद्धियां समझदे ने। इट्स जस्ट नथिंग। जिन्हां नूं रिद्धियां सिद्धियां समझदे ने उन्हां कोल जांदे ने, उन्हां नूं जाके पुछो जे मैं तुहानूं अज जहाज़ ते बिठा के लै जावां, की तुहानूं पता है कि वो जहाज़ डिगेगा या नहीं? ਕੀ ਤੁਹਾਨੂੰ ਪਤਾ ਹੈ ਕਿ ਉਹ ਜਹਾਜ਼ ਅੱਜ ਅਗਵਾ ਨਹੀਂ ਹੋਏਗਾ? ਜੇ ਤੁਹਾਨੂੰ ਇਹ ਪਤਾ ਹੈ ਤੇ ਤੁਸੀਂ ਵੱਡੇ ਵੱਡੇ ਮਿਨਿਸਟਰਾਂ ਨੂੰ ਪਹਿਲਾਂ ਹੀ ਦੱਸ ਦਿਆ ਕਰੋ, ਉਸ ਜਹਾਜ਼ 'ਤੇ ਮਤ ਚੜਨਾ, ਉਹ ਅੱਜ ਜਹਾਜ਼ ਅਗਵਾ ਹੋ ਜਾਏਗਾ, ਉਹ ਅੱਜ ਕਿਡਨੈਪ ਹੋ ਜਾਏਗਾ, ਉਹ ਅੱਜ ਹਾਈਜੈਕ ਹੋ ਜਾਏਗਾ। ਸਾਰੀ ਦੁਨੀਆ ਨੂੰ ਬਚਾ ਦਿਓ ਨਾ। ਜਿਹੜੇ ਇਹਨਾਂ ਰਿੱਧੀਆਂ ਸਿੱਧੀਆਂ 'ਚ ਪੈਂਦੇ ਨੇ, ਉਸਨੇ ਮੇਰਾ ਪਾਸਟ बता दिया जी, हमारे ज़िंदगी में जो बीता हुआ था, फिर पास्ट बता दिया तो अगला भी बता देना। उन्होंने उसी वेले पूछो, तुमको मालूम है हम तुमको कितने पैसे देंगे इसके बाद? नो वन कैन टेल यू। जितना मर्जी रिद्धियां सिद्धियां वो क्लेम करता है, जितना मर्जी लोकी उन्होंने गुण गाते ने, पर वो तुहानू ये नहीं दस सकता हाउ मच फीस यू आर गोइंग टू पे दैम। उन्होंने इन्ना भी नहीं पता तुहाडे पॉकेट 'ਚ पैसे किन्ने ਹਨ। उन्होंने ये भी नहीं पता कि पैसे तुहाडे कोल हैं या नहीं, हाउ मच यू आर वर्थ फॉर। कि अगर तुमने मेरे को सच बता दिया कि मेरा पास्ट कैसा था कल तक, तो मेरे को अगला पल बताओ। उन्होंने अपना अगला पल नहीं पता। और मैं इतने ज़बरदस्त इतना स्ट्रोंगली इसनूं क्यों कह रहा, क्योंकि शिमला जदों असीं गए तो शिमला एक इंसान मेरे को ला के रोन लग पिया। कहना मैं सारी उम्र रिद्धियां सिद्धियां करता रहा और मैं दुनिया नूं दसदा सी तुम ऐसे करो, नीला पत्थर पहनो, पीला पहनो, हरे कपड़े पहन के निकलो, आज सिर धो के निकलना, कल कपड़े मत धोना, ये करना, उल्टे दरवाजे से निकलना, पीछे से निकलना, लोहे पर सवारी मत करना, ऐसे मत करना। मैं सारी दुनिया नूं अक्ल दिंदा सी। पर सवेरे मेरा पुत्र घरों निकलिया, शामी घर नहीं आया, एक्सीडेंट नाल मर गया, मैनू पता ही नहीं लग सकिया। एंड ही सरेंडर्ड। कोई नहीं दस सकता इन्हां रिद्धियां सिद्धियां नाल, ये अवरां दा साध है। जिसनूं गल समझ आ जाती है ना, वो सतगुरु दा दर नहीं छड्डदा। ते ਜਿਹੜੇ ਤਾਂਤਰਿਕ ਹੁੰਦੇ ਨੇ ਉਹਨਾਂ ਦੇ ਬੂਹੇ 'ਤੇ ਧੱਕੇ ਨਹੀਂ ਖਾਂਦਾ। ਉਹ ਕੁੰਡਲੀ 'ਤੇ ਔਰ ਧਾਗੇ ਤਵੀਤ 'ਤੇ ਜਾਦੂ ਟੂਣੇ 'ਤੇ ਇਹਨਾਂ ਚੀਜ਼ਾਂ 'ਤੇ ਵਿਸ਼ਵਾਸ ਉਸਦਾ ਛੁੱਟ ਜਾਂਦਾ ਹੈ। ਤੁੱਛ ਚੀਜ਼ਾਂ ਨੇ, ਉਹ ਇਹਨਾਂ ਦੀ ਗੱਲਾਂ ਵੀ ਨਹੀਂ ਕਰਦਾ ਹੈ, ਯੂਜ਼ਲੈਸ ਗੱਲਾਂ ਨੇ ਕਿ ਦੇਖੋ ਜੀ ਫਲਾਣੇ ਕਾ ਤਾਂ ਫਿਰ ਐਸੇ ਹੋ ਗਿਆ,
ना उसका उन्होंने बताया था ऐसे हो गया। ये गल मैं तां कोट रहा क्योंकि जपजी साहब चल रहा और जपजी साहब अंदर रिद्धि सिद्धि की गल आई है। रिद्ध सिद्ध अवरा साध और गुरमत का सुनिया सिद्ध पीर सुरनाथ की होंदा है। सानू गुरमत की रिद्धि सिद्धि भी समझना है तो जिन्हों गुरु साहब अवरा साध कह रहे हैं उस तो छुटना भी है। विरला मन समझ जाता कि अखौती रिद्धि सिद्धियाँ मन की मत का भरम भुलेखे हैं। ये अवरां का साध है, मन का स्वाद है। रब्बी रजा तो उलट मन की मत अवरां के साध विच फसदी है, इस करके वो इस तो छुटदा है। अगली टर्म आई संजोग विजोग दोए कार चलावै लेखे आवे पाग। साडे घरां दे विचकार कोई इंसान विछड़ जाए असी समझते हैं रब जी ने संजोग बनाए ने। साडे घरां विच किसी का विआह हो जाए असी कहंदे ने मैरिजेस आर मेड एट इन द हैवन। असी कहंदे ये धुरों ही रिश्ते बने बनाए आए ने। पर तुसी रिश्ता देखण जांदे हो, तुहाडा क्राइटेरिया है मुंडा छड़ा है, पैसे बहुत हैं, कमाइयां बड़ियां, कर्जा सिर ते है नहीं, जमीन बड़ी है। असी रिश्ता देखण जांदे असी कहंदे आ कुड़ी वाले बड़े अमीर ने, कुड़ी नूं बड़ा दाज देणगे, इक्को एक उन्हां दी कुड़ी है, सारा कुछ दे देणगे, ये होएगा वो होएगा। और असी उन्हां नूं कहा साढ़े 500 बराती आणगे, सारे बरातियां ने कदे जिंदगी च कोट पैंट देखिया नहीं है, सारिਆਂ ਨੂੰ कोट पैंट जरूर देना, सोना उन्होंने तक्या नहीं है, भुखे नंगे आणगे उन्हां नूं तुसीं तिੱਤਰ बटेर जरूर खुआना। वो सारिया गल्लां कुड़ियां वाला मान गए। दिस इज़ अवर क्राइटेरिया टू फाइंड आउट द बॉय एंड द गर्ल एंड द रिश्ते। और असी आप एक टकोसला डा दिंदे कहंदे संजोग रब जी ने बनाए ने। इस तरह संजोगां दियां विजोगां दियां असीं गल्लां करदे हां। हुण जपजी साहब चल रहा है। रीकैप अगेन कि जिहड़ा मन कुड़ियार तो सचियार बनना चाहता है, इस मन की इत्थे तक की अवस्था उन्हें सच की संतोख दियां मुंदरां पाईयां ने, उसकी ये अवस्था बनती है। वो हुण सिखदा है साहा संजोग वियाह विजोग। गुरमत का संजोग विजोग किनू कहते हैं? संजोग विजोग दोए कार चलावै लेखे आवै भाग। भाग किस तरह बनते हैं? लेखे लिखण की जाच सीखते हाँ। को नानक जिस मस्तक लेख लिखाए सोएद खजाने ले आर लाए। सतगुर दी मत दे लेखे लिखना सीखते हाँ। इस वास्ते एक शब्द जिहड़ा असी डिटेल विच समझ चुके हैं, एक सैमीनार हर बिन रह न सकै मन मेरा, उहदे विच असी सीखिया कि मस्तक भाग मंदेरे किवें मिटाईदा है, मस्तक भाग चंगेरे किवें लिखीदा है, ते धुर मस्तक भाग चंगेरा किवें बनाईदा है। यह उस शब्द के सारे पदियां विच एक्सप्लेन किया गया है। मन ऐसा लेखा तू की पढ़िया लेखा देना तेरे सिर रहा। मन जिहड़े लेखे लिखदा उहदे विच विकार उसनूं सतांदे ने, जगह जगह डिस्टर्ब रहिंदा है, लेखे पैंदे रहिंदे ने। पर जिस दी सेवा कीती फिर लेखा मंगीए, सा सेवा औखी होई। नानक सा सेवा करो पूर्ण सफल गुर दर्शन की, फिर लेखा मंगे ना कोई। सतगुर दी मत दे फलसफे दी सेवा कर, सतगुर दी मत दे नजरिए दे अनुसार जी, तेरा लेखा खत्म हो जाता है। फिर लेखा मंगे ना कोई। धर्म राय दर कागज फाड़े, जन नानक लेखा समझा। वो लेखा जदों असीं समझ जाते हैं तो साडे भाग बनते हैं, तो भाग गुरमत अनुसार बनते हैं। जे तू रोज़ सच की संगत का संजोग करता है, इनू संजोग कहते हैं। अते सच की संगत का संजोग करके जो गुण सीखता है उन्होंने अवगुणा नूं छड्डदा है, इनू विजोग कहते हैं। माता मत पिता संतोख की टेप के अंदर, माँ सैमीनार की टेप के अंदर असी सीखिया सी साह संजोग वियाह विजोग सच संतत कर नानक जोग। असी उस पूरे शब्द की सीखिया सी कि सच की संगत का संजोग तू करना है। यू हैव टू मेक द एफर्ट्स टू हैव द सच की संगत। जे तू एफर्ट नहीं करेगा तो तू अपने मथे भाग नहीं लिखे। उन्होंने कहते हैं बिन भागा सतसंग ना लभै, ते जे सत्संग ना करे बिन संगत मैल। ए भाग पिछले जन्म की गल नहीं चल रही।
ਮੱਥੇ ਭਾਗ ਤੂੰ ਲਿਖਣੇ ਨੇ, ਮੱਥੇ ਭਾਗ ਲਿਖੇ ਜਾਂਦੇ ਨੇ ਸੰਜੋਗ ਕਰਕੇ। ਸੰਜੋਗ ਕਰਨਾ ਹੈ ਸੱਚ ਦੀ ਸੰਗਤ ਦਾ। ਸੱਚ ਦੀ ਸੰਗਤ ਦੇ ਸੰਜੋਗ ਵਿੱਚ ਤੇਰਾ ਮਨ ਰੱਬ ਜੀ ਨਾਲ ਜੋਗ ਹੁੰਦਾ ਹੈ, ਕਿਉਂਕਿ ਰੱਬ ਜੀ ਨਾਲ ਜੋਗ ਹੋਣ ਵਾਸਤੇ ਅਵਗੁਣ ਉਤਾਰਨੇ ਪੈਂਦੇ ਨੇ, ਅਵਗੁਣਾਂ ਦੇ ਨਾਲ ਡਿਪਾਰਟ ਕਰਨਾ ਪੈਂਦਾ ਹੈ, ਅਵਗੁਣਾਂ ਦੇ ਨਾਲ ਵਿਛੋੜਾ ਕਰਨਾ ਪੈਂਦਾ ਹੈ, ਅਵਗੁਣ ਛੋੜ ਗੁਣਾ ਕੋ ਧਾਵੋ ਕਰਨਾ ਪੈਂਦਾ ਹੈ, ਅਵਗੁਣਾਂ ਤੋਂ ਤੋਬਾ ਕਰਨੀ ਪੈਂਦੀ ਹੈ, ਅਵਗੁਣਾਂ ਦਾ ਵਿਜੋਗ ਗੁਣਾ ਦਾ ਸੰਜੋਗ, ਸੰਜੋਗ ਵਿਜੋਗ ਦੋਏ ਕਾਰ ਚਲਾਵੈ। ਇਹ ਵਾਲੀ ਕਾਰ ਸਿੱਖਦੇ ਹਾਂ। ਇਹ ਕਾਰ ਗੁਰੂ ਪਾਤਸ਼ਾਹ ਨੇ ਉਸ ਪੌੜੀਆਂ 'ਚ ਕਿਹਾ ਸੀ, ਜੋ ਤੁਧ ਭਾਵੈ ਸਾਈ ਭਲੀ ਕਾਰ। ਮਨ ਨੂੰ ਇਹ ਕਾਰ ਪਸੰਦ ਆਈ ਕਿ ਰੱਬ ਜੀ ਤੁਹਾਡੀ ਕਾਰ, ਤੁਹਾਡੀ ਨਿਯਮਾਵਲੀ, ਤੁਹਾਡਾ ਸਿਸਟਮ ਚੰਗਾ ਹੈ, ਮੈਂ ਉਹਦੇ 'ਤੇ ਟੁਰਨਾ ਚਾਹੁੰਦਾ। ਔਰ ਇਹ ਵਾਲੀ ਕਾਰ ਉਹ ਕਮਾਣ ਲੱਗ ਪੈਂਦਾ ਹੈ। ਸੰਜੋਗ ਵਿਜੋਗ ਦੋਏ ਕਾਰ ਚਲਾਵੈ, ਲੇਖਿਆ ਆਵੈ ਭਾਗ। ਸੋ ਸੰਜੋਗ ਇੱਕ ਮਿਕਤਾ ਸਤਿਗੁਰ ਦੀ ਮੱਤ ਲੈਣੀ, ਪ੍ਰਾਪਤ ਕਰਨੀ। ਵਿਜੋਗ ਛੁਟਕਾਰਾ, ਵਿਕਾਰੀ ਮਨ ਕੇ ਖਿਆਲਾਂ ਤੋਂ ਛੁੱਟਣਾ ਅਤੇ ਨਿਜ ਕਰ ਅੰਤਰਾਤਮਾ 'ਚ ਰੱਬੀ ਰਜ਼ਾ ਅਧੀਨ ਕਾਰ ਕਮਾਉਣ ਵਾਲੇ ਨਿਵਿਰਲੇ ਮਨ ਨੂੰ ਰੱਬੀ ਇੱਕ ਮਿਕਤਾ ਦਾ ਸੰਜੋਗ ਪ੍ਰਾਪਤ ਹੁੰਦਾ ਹੈ। ਸਦਕੇ ਵਿੱਚ ਵਿਕਾਰੀ ਅਵਗੁਣੀ ਖਿਆਲਾਂ ਸੁਭਾਵਾਂ ਤੋਂ ਕੂੜ ਤੋਂ ਮੁਕਤ ਹੁੰਦਾ ਹੈ। ਇਸ ਨੂੰ ਵਿਜੋਗ ਕਹਿੰਦੇ ਨੇ। ਗੁਰੂ ਗ੍ਰੰਥ ਸਾਹਿਬ ਦੇ ਕੌਨਸੈਪਟ ਦਾ ਇਹ ਲੇਖਾ ਅਤੇ ਸੰਜੋਗ ਵਿਜੋਗ ਅਸੀਂ ਜਪਜੀ 'ਚੋਂ ਸਿੱਖ ਰਹੇ ਹਾਂ। ਪੂਰੇ ਗੁਰੂ ਗ੍ਰੰਥ ਸਾਹਿਬ ਵਿੱਚ ਜਦੋਂ ਵੀ ਸੰਜੋਗ ਲਫ਼ਜ਼ ਆਏਗਾ, ਵਿਜੋਗ ਸ਼ਬਦ ਆਏਗਾ ਅਤੇ ਲੇਖੇ ਦੀ ਗੱਲ ਆਏਗੀ, ਭਾਗਾਂ ਦੀ ਗੱਲ ਆਏਗੀ, ਤਾਂ ਸਾਨੂੰ ਜਪਜੀ ਸਾਹਿਬ ਦਾ ਇਹ ਕੌਨਸੈਪਟ ਯਾਦ ਰੱਖਣਾ ਹੈ, ਕਿਉਂਕਿ ਬੇਸਿਕ ਪ੍ਰਿੰਸੀਪਲ ਸਾਰਾ ਗੁਰਮਤਿ 'ਚ ਜਪਜੀ ਸਿਖਾਇਆ ਗਿਆ। ਜੇ ਅਗਲੇ ਸ਼ਬਦਾਂ ਨੂੰ ਅਸੀਂ ਪੜ੍ਹੀਏ ਔਰ ਉੱਥੇ ਸਾਨੂੰ ਟਪਲਾ ਲੱਗੇ ਪਿਛਲੇ ਜਨਮ ਕੇ ਮੱਥੇ ਲਿਖੇ ਭਾਗ, ਤਾਂ ਸਾਨੂੰ ਮੰਨਣਾ ਪਏਗਾ ਕਿ ਮੈਂ ਜਪਜੀ ਠੀਕ ਸਮਝਿਆ ਨਹੀਂ ਸੀ। ਜਪਜੀ ਅਸੀਂ ਸਮਝ ਰਹੇ ਹਾਂ, ਲੜੀਵਾਰ ਵਿਰਲਾ ਮਨ ਐਸਾ ਸੰਜੋਗ ਵਿਜੋਗ ਦਾ ਲੇਖਾ ਲਿਖਣ ਯੋਗ ਹੋ ਜਾਂਦਾ ਹੈ, ਆਪਣੇ ਮਸਤਕ ਦੇ ਲੇਖ ਚੰਗੇ ਲਿਖਣ ਲੱਗ ਪੈਂਦਾ ਹੈ, ਸੰਜੋਗ ਬਣਾ ਕੇ ਭਾਗ ਬਣਾ ਲੈਂਦਾ ਹੈ। ਇਸੇ ਮੱਤ ਨੂੰ ਪ੍ਰਾਪਤ ਕਰਕੇ ਗੁਰੂ ਪਾਤਸ਼ਾਹ ਸਾਨੂੰ ਇਸ ਦਾ ਰਹਾਓ ਸੁਣਾਉਂਦੇ ਨੇ।